ਠੀਕ ਆ ਗੁੱਡਿਆ ਘੰਟਾ ਠੀਕ ਆ ਓ ਯੂ ਨੋ ਉਹ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਇੱਕ ਮਿੰਟ ਤੁਹਾਨੂੰ ਨਹੀਂ ਕਹਿ ਰਿਹਾ ਇੱਧਰ ਕੋਈ ਮੇਰਾ ਬੱਕਰਾ ਮੇਰਾ ਮਤਲਬ ਮੇਰਾ ਬੇਲੀ ਆਇਆ ਆ ਉਹ ਜਿਹਨੂੰ ਕਹਿ ਰਿਹਾ ਸੀ। ਅੱਛਾ ਆਪਾਂ ਇਸ ਤਰ੍ਹਾਂ ਕਰਦੇ ਹਾਂ ਆਪਾਂ ਸ਼ਾਮ ਨੂੰ ਗੱਲ ਕਰਦੇ ਹਾਂ ਫ੍ਰੀ ਹੋ ਕੇ। ਹਾਂ ਮੈਂ ਇਹਨਾਂ ਨੂੰ ਡੀਲ ਕਰ ਲਾਂ। ਓਕੇ ਬਾਏ ਗੁੱਡ ਓਕੇ ਓਕੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਆਪਣਾ ਵਿਦੇਸ਼ੀ ਵਿਚੋਲੇ ਤੁਸੀਂ ਹੋ? ਮੇਰਾ ਮਤਲਬ ਸੰਧੂ ਸਾਹਿਬ। ਯੂ ਰਾਈਟ ਮੈਂ ਸਿੰਡਲ ਮੇਰਾ ਮਤਲਬ ਮੈਂ ਸੈਂਡੀ ਸੰਧੂ ਵਿਚੋਲਾ ਆ। ਇਹ ਸਿੰਡਲ ਕੀ ਗੱਲਾਂ ਕਰਦੇ ਹੋ? ਇਹ ਮੇਰਾ ਇੰਡੀਆ ਦਾ ਨਾਂ ਆ। ਜਦੋਂ ਮੈਂ ਇੰਡੀਆ ਸੀ ਨਾ ਤਾਂ ਫਿਰ ਮੈਂ ਨਾ ਸਾਰੀ ਦਿਹਾੜੀ ਸਿੰਡ ਵਗਦਾ ਰਹਿੰਦਾ ਸੀਗਾ ਤੇ ਫਿਰ ਮੈਨੂੰ ਸਾਰਾ ਪਿੰਡ ਕਹਿੰਦਾ ਸੀ ਸਿੰਡਲ ਸਿੰਡਲ ਸਿੰਡਲ। ਤੇ ਫਿਰ ਉਸ ਤੋਂ ਬਾਅਦ ਅਸੀਂ ਨਾ ਜਹਾਜ਼ 'ਤੇ ਬੈਠ ਕੇ ਸਾਰੀ ਫੈਮਿਲੀ ਇੰਗਲੈਂਡ ਆ ਗਏ ਤੇ ਫਿਰ ਉਦੋਂ ਬਾਅਦ ਪਤਾ ਹੀ ਆ ਤੁਹਾਨੂੰ ਨਾਮ ਚੇਂਜ ਕਰਨਾ ਪੈਂਦਾ ਆ। ਫਿਰ ਮੈਂ ਸੋਚਿਆ ਕੀ ਨਾਮ ਰੱਖਾਂ ਤੇ ਫਿਰ ਮੈਂ ਨਾ ਸੈਂਡੀ ਸੰਧੂ ਬਣ ਗਿਆ। ਉਹ ਤੁਸੀਂ ਛੱਡੋ, ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕੰਮ ਕੀ ਕਰਨਾ ਆ? ਮੈਂ ਸਿੰਡਲ ਸਾਹਿਬ ਨਹੀਂ ਮੇਰਾ ਮਤਲਬ ਸੈਂਡੀ ਜੀ ਮੈਂ ਆਇਆ ਸੀ ਕਿ ਮੇਰੀ ਕੁੜੀ ਜਵਾਨ ਹੋ ਗਈ ਆ। ਤੇ ਯਾਰ ਫਿਰ ਮੈਂ ਕੀ ਕਰ ਸਕਦਾ? ਤੁਹਾਡੀ ਕੁੜੀ ਨੂੰ ਮੈਂ ਥੋੜੀ ਜਵਾਨ ਕੀਤਾ ਆ। ਨਹੀਂ ਤੁਸੀਂ ਸਮਝੇ ਨਹੀਂ। ਮੈਂ ਇਸ ਕਰਕੇ ਆਇਆ ਸੀ ਕਿ ਮੇਰੀ ਕੁੜੀ ਦਾ ਕਿਤੇ ਰਿਸ਼ਤਾ ਹੋ ਜਾਂਦਾ। ਓ ਸੋ ਸੈਡ। ਤੁਸੀਂ ਸਰਦਾਰ ਜੀ 10 ਇਅਰਸ ਲੇਟ ਆਏ ਹੋ। ਮੈਂ ਤਾਂ ਪਹਿਲਾਂ ਹੀ 3-4 ਮੈਰਿਜਸ ਹੋ ਚੁੱਕੀਆਂ। ਮੈਂ ਉਹਨੂੰ ਕੀ ਕਰਨਾ ਆ? ਉਹ ਨਹੀਂ ਸੈਂਡੀ ਜੀ ਮੈਂ ਤੁਹਾਡੀ ਗੱਲ ਨਹੀਂ ਕਰਦਾ। ਮੈਂ ਤਾਂ ਚਾਹੁੰਦਾ ਸੀ ਕਿ ਮੇਰੀ ਕੁੜੀ ਲਈ ਕੁਆਰਾ ਤੇ ਕੋਈ ਬਾਹਰਲਾ ਮੁੰਡਾ ਮਿਲ ਜਾਂਦਾ ਉਹ ਜਿਹਦੇ ਲੜ ਲੱਗ ਕੇ ਅਸੀਂ ਵੀ ਸਾਰੇ ਜੀ ਜਿਉਂਦੇ ਜੀ ਇੰਗਲੈਂਡ ਵੇਖ ਲੈਂਦੇ। ਓਹੋ ਸਰਦਾਰ ਜੀ ਤੁਸੀਂ ਜੀਆਂ ਦੀਆਂ ਗੱਲਾਂ ਕਰਦੇ ਪਏ ਹੋ। ਇੱਥੇ ਤਾਂ ਕੁੜੀ ਸਾਰਾ ਪਿੰਡ ਢੋ ਕੇ ਪਿੱਛੇ ਲੈ ਜਾਂਦੀ ਆ। ਵੈਸੇ ਤੁਸੀਂ ਮਾਰੋ ਗੋਲੀ ਉਹਨਾਂ ਦੇ। ਤੁਸੀਂ ਇਸ ਤਰ੍ਹਾਂ ਦੱਸੋ ਕਿ ਉਮਰ ਕਿੰਨੀ ਆ? ਉਮਰ ਤਾਂ ਮੇਰੀ ਸੈਂਡੀ ਜੀ ਸੋਖਣਾ 65 ਕੁ ਸਾਲ ਹੈਗੀ ਆ। ਸ਼ਿਟ ਮੈਨ ਮੈਂ ਤੁਹਾਡੀ ਉਮਰ ਨਹੀਂ ਪੁੱਛਿਆ ਕਰਦਾ। ਮੈਂ ਪੁੱਛਦਾ ਗੁੱਡੀ ਦੀ ਉਮਰ ਕਿੰਨੀ ਆ? ਅੱਛਾ ਕੁੜੀ ਦੀ ਕੁੜੀ ਹੋਈ ਸੀ ਸੈਂਡੀ ਜੀ ਆ ਪਾਣੀਆਂ 'ਚ ਹੋਈ ਆ ਮੈਨੂੰ ਜਿੱਥੋਂ ਤੱਕ ਯਾਦ ਆ। ਓ ਯਾਰ ਦੇਸੀ ਬੰਦਾ ਪਾਣੀ ਦਾ ਕੀ ਆ? ਪਾਣੀ ਤਾਂ ਮੈਂ ਹੁਣੇ ਜਾ ਕੇ ਟੈਪ ਆਨ ਕਰਦਾ ਆ ਤੇ ਉਦੋਂ ਪਾਣੀ ਆ ਜਾਓ। ਇਹਦਾ ਮਤਲਬ ਇਹ ਥੋੜੀ ਹੋ ਗਿਆ ਕਿ ਤੁਹਾਡੀ ਕੁੜੀ ਅਜੇ ਹੁਣੇ ਜੰਮੀ ਆ। ਉਹ ਨਹੀਂ ਸੈਂਡੀ ਸਾਹਿਬ ਤੁਸੀਂ ਸਮਝੇ ਨਹੀਂ। ਮੈਂ ਉਸ ਪਾਣੀ ਦੀ ਨਹੀਂ ਗੱਲ ਕਰਦਾ। ਮੈਂ ਉਹ ਕਰਦਾ ਸੀ ਜਿਹੜਾ 88 ਵੇਲੇ ਹੜ ਆਇਆ ਸੀ। ਹੜ ਅੱਛਾ 88 ਵਾਲਾ ਹੜ ਆਇਆ ਸੀ ਤੇ ਫਿਰ ਤਾਂ ਸੁੱਖ ਨਾਲ ਵਾਵਾ ਜਵਾਨ ਹੋਈ ਪਈ ਆ। ਬਿਲਕੁਲ ਜੀ ਇਸੇ ਕਰਕੇ ਤਾਂ ਮੈਂ ਪਰੇਸ਼ਾਨ ਆ। ਤੁਸੀਂ ਮਾੜਾ ਜਿਹਾ ਵੇਖੋ ਕਿ ਤੁਹਾਡੀ ਨਜ਼ਰ 'ਚ ਕੋਈ ਮੁੰਡਾ ਮਿਲ ਜਾਏ। ਮੁੰਡਿਆਂ ਦੀਆਂ ਤਾਂ ਸਰਦਾਰ ਜੀ ਅਸੀਂ ਕਤਾਰਾਂ ਲਾ ਦਿਆਂਗੇ ਪਰ ਤੁਸੀਂ ਸਾਨੂੰ ਇਸ ਤਰ੍ਹਾਂ ਦੱਸੋ ਕਿ ਮੁੰਡੇ ਦੀ ਉਮਰ ਕਿੰਨੀ ਕੁ ਹੋਵੇ? ਮੁੰਡਾ ਉਮਰ ਦੇਖੋ ਜੀ ਆਪਾਂ ਤਾਂ ਇਹ ਚਾਹੁੰਦੇ ਆ ਕਿ ਆਪਣੀ ਕੁੜੀ ਅਗਲੇ ਘਰ ਜਾ ਕੇ ਫੱਬਦੀ ਤੇ ਸੋਹਣੀ ਲੱਗੇ ਤੇ ਇਸ ਕਰਕੇ ਹਾਣ ਨੂੰ ਪ੍ਰਵਾਨ ਹੀ ਚੰਗਾ ਲੱਗਦਾ। ਸਰਦਾਰ ਜੀ ਤੁਸੀਂ ਗੱਲ ਤਾਂ ਆਪਣੇ ਵੱਲੋਂ ਕੁਝ ਵੀ ਨਹੀਂ ਮੰਗੀ ਪਰ ਤੁਹਾਡਾ ਮੂੰਹ ਐਡਾ ਟੱਡਿਆ ਗਿਆ ਜੇ। ਰੁਪੀਜ਼ 40 ਲੱਖ ਓਨਲੀ ਯਾਨੀ ਕਿ 40 ਲੱਖ ਰੁਪਇਆ ਲੱਗੂਗਾ। 40 ਲੱਖ? ਉਹ ਵੇਖੋ ਸੰਧੂ ਸਾਹਿਬ ਥੋੜੀ ਜੀ ਰਾਇਤ ਕਰੋ ਘਟਾਓ ਇਹਨੂੰ। ਤੁਸੀਂ ਮਹਾਰਾਜ ਉਮਰ ਵਿੱਚ ਰਿਲੈਕਸੇਸ਼ਨ ਕਰ ਲਓ ਅਸੀਂ ਰੇਟ ਵਿੱਚ ਗੁੰਜਾਇਸ਼ ਕਰ ਦਿੰਦੇ ਆ। ਵੈਸੇ ਤੁਸੀਂ ਕਿੰਨੇ ਕੁ ਪੈਸੇ ਖਰਚਣੇ ਆ? ਵੇਖੋ ਜੀ ਸੈਂਡੀ ਜੀ ਆਪਾਂ ਝੂਠ ਨਹੀਂ ਬੋਲਦੇ। ਆਪਾਂ ਤਾਂ ਕੋਰੇ ਮੰਨਦੇ ਆ ਤੇ ਸਫਾਈ ਨਾਲ ਗੱਲ ਕਹਿੰਦੇ ਆ। ਵੇਖੋ ਜੀ ਮੈਂ ਛੱਲੀ ਪੂਣੀ ਸਾਰੀ ਵੇਚ ਵਚਾ ਕੇ ਮਸਾਂ 15-20 ਲੱਖ ਰੁਪਈਆ ਜੋੜ ਸਕਦਾ। 15-20 ਲੱਖ ਸਰਦਾਰ ਜੀ ਬਹੁਤ ਘੱਟ ਆ। ਫਿਰ ਇਸ ਤਰ੍ਹਾਂ ਕਰਦੇ ਹਾਂ ਇੱਕ 70 ਸਾਲ ਵਾਲਾ ਪੀਸ ਪਿਆ ਮੇਰੇ ਕੋਲ ਆਖੋ ਤੇ ਗੱਲ ਚਲਾਵਾਂ। ਇਹ 70 ਸਾਲ ਵਾਲਾ ਇੱਕ ਕਾਕਾ ਮੇਰਾ ਮਤਲਬ ਬੰਦਾ ਕੰਮ ਕੀ ਕਰਦਾ? ਕੰਮ ਤਾਂ ਸਰਦਾਰ ਜੀ ਇਸ ਤਰ੍ਹਾਂ ਵੀ 30-35 ਸਾਲ ਤੋਂ ਇੰਟਰਨੈਸ਼ਨਲ ਲੈਵਲ ਤੇ ਢੋਆਈ ਦਾ ਬਿਜ਼ਨਸ ਆ। ਢੋਆਈ? ਉਹ ਆਹੋ ਜੀ ਇਧਰੋਂ ਕੁੜੀਆਂ ਢੋਂਦਾ ਆ ਉਧਰ ਛੱਡ ਆਉਂਦਾ ਆ ਇਧਰੋਂ ਢੋਂਦਾ ਆ ਉਧਰ ਛੱਡ ਆਉਂਦਾ ਆ। ਮਤਲਬ ਢੋਆਈ ਕਰਦਾ ਆ। ਅੱਛਾ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਸੀ। ਪਹਿਲਾਂ ਹੀ ਗੱਲਾਂ ਖੋਲ ਲਈਏ ਤੇ ਚੰਗਾ ਹੁੰਦਾ। ਇਹ ਮੁੰਡਾ ਕੁਝ ਖਾਂਦਾ ਪੀਂਦਾ ਤਾਂ ਨਹੀਂ? ਉਹ ਸਰਦਾਰ ਜੀ ਜੇ ਤਾਂ ਇਸ ਤਰ੍ਹਾਂ ਦਾ ਮੁੰਡਾ ਚਾਹੀਦਾ ਸੀ ਫਿਰ ਤਾਂ ਤੁਸੀਂ 15 ਸਾਲ ਪਹਿਲਾਂ ਆਉਣਾ ਸੀ। ਇੱਕ ਮੁੰਡਾ ਸੀ ਸਾਡੀ ਨਜ਼ਰ ਦੇ ਵਿੱਚ ਤਾਂ ਉਹ ਤਾਂ ਕੁਛ ਨਹੀਂ ਸੀ ਖਾਂਦਾ ਕੁਛ ਨਹੀਂ ਸੀ ਪੀਂਦਾ ਪਰ ਉਹ ਤਾਂ ਮਰ ਗਿਆ। ਉਹ ਨਹੀਂ ਸੈਂਡੀ ਸਾਹਿਬ ਤੁਸੀਂ ਸਮਝੇ ਨਹੀਂ। ਮੈਂ ਰੋਟੀ ਖਾਣ ਤੇ ਪਾਣੀ ਪੀਣ ਦੀ ਗੱਲ ਨਹੀਂ ਕਰਦਾ। ਵੇਖੋ ਅਸੀਂ ਕੁੜੀ ਵਿਆਹੁਣੀ ਆ ਡੋਬਣੀ ਥੋੜੀ ਆ। ਮੈਂ ਤਾਂ ਨਸ਼ੇ ਪੱਤੇ ਦੀ ਗੱਲ ਕਰਦਾ ਸੀ। ਓਹੋ ਬਸ ਕੁਛ ਨਹੀਂ ਕਰਦਾ ਜੀ ਕਦੇ ਕਦਾਈ 1-2 ਬੀਰਾ ਸ਼ੀਰਾ ਪੀ ਲੈਂਦਾ ਆ। ਬੀਅਰ?
ਉਹ ਬੀਅਰ ਵੀ ਮਹਾਰਾਜ ਰੋਜ਼ ਥੋੜੀ ਪੀਆ ਕਰਦਾ ਆ। ਉਹ ਤਾਂ ਜਦੋਂ ਕਿਤੇ ਸ਼ਰਾਬ ਦੀ ਸਹੁੰ ਪਾ ਦਿੰਦਾ ਆ ਫਿਰ ਟੋਟ ਭੰਨਣ ਵਾਸਤੇ ਹੀ 1 2 3 4 5 6 7 8 ਬੀਰਾਂ ਜਿਹੀਆਂ ਪੀ ਲੈਂਦਾ ਆ। ਤੁਹਾਡੇ ਕਹਿਣ ਦਾ ਮਤਲਬ ਸ਼ਰਾਬ ਵੀ ਪੀਂਦਾ ਆ? ਓ ਕੀ ਗੱਲ ਪੈ ਕਰਦੇ ਹੋ? ਹੁਣ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਢਿੱਡ ਭਰ ਕੇ ਮੀਟ ਖਵਾ ਦਿੰਦਾ ਆ, ਚਿਕਨ। ਫਿਰ ਤੁਸੀਂ ਕੀ ਕਰੋਗੇ? ਤੁਸੀਂ ਉਹਨੂੰ ਪਹੁੰਚਾਉਣ ਵਾਸਤੇ 1 2 ਲੰਡੂ ਜੇ ਪੈਕ ਤਾਂ ਲਾਇਆ ਹੀ ਕਰਦੇ ਆ। ਨਹੀਂ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਮੁੰਡਾ ਮੀਟ ਵੀ ਖਾਈ ਜਾਂਦਾ। ਨਾਲੇ ਮੇਰੀ ਗੱਲ ਸੁਣੋ ਸਰਦਾਰ ਜੀ, ਤੁਸੀਂ ਕਿਹੜਾ ਪੱਕਾ ਰੱਖਣਾ ਆ? ਉੱਥੇ ਜਾ ਕੇ ਕੁੜੀ ਨੇ ਤਾਂ ਤਲਾਕ ਹੀ ਦੇ ਦੇਣਾ। ਤੁਸੀਂ ਜਲਦੀ ਕਰੋ, ਆਪਣਾ ਬਿਜ਼ਨਸ ਸ਼ੁਰੂ ਕਰੋ। ਬਿਜ਼ਨਸ? ਉਹ ਕਿਹੜਾ ਬਿਜ਼ਨਸ? ਉਹੀ ਸਰਦਾਰ ਜੀ ਜਿਹੜਾ ਉਹ ਬੰਦਾ ਕਰਦਾ ਆ, ਉਹ ਇਧਰੋਂ ਮੈਰਿਜ ਕਰਾ ਕੇ ਕੁੜੀਆਂ ਚਾਹੁੰਦਾ ਆ। ਉਸ ਤੋਂ ਬਾਅਦ ਤੁਹਾਡੀ ਕੁੜੀ ਮੁੰਡੇ ਤੋਂ ਹੋਇਆ ਕਰੂਗੀ। ਮਹਾਰਾਜ ਤੁਹਾਡੇ ਤਾਂ ਪੈਸੇ ਤੁਹਾਡੀ ਕੁੜੀ ਨੇ ਇੱਕੋ ਹੀ ਫਲਾਈਟ ਵਿੱਚ ਪੂਰੇ ਕਰ ਦੇਣੇ ਆ। ਉਸ ਤੋਂ ਬਾਅਦ ਤਾਂ ਤੁਹਾਡੀ ਸੁੱਕੀ ਕਮਾਈ ਆ, ਸੁੱਕੀ। ਸਰਦਾਰ ਜੀ ਜੇ ਤੁਸੀਂ ਯੈਸ ਕਰਦੇ ਹੋ ਤਾਂ ਮੈਂ ਗੱਲ ਅੱਗੇ ਤੋਰਾਂ। ਉਹ ਮੈਂ ਕਿਹਾ ਸੈਂਟੀ ਜੀ ਦੇਰ ਕਾਤੀ ਆ, ਓਕੇ ਕਰੋ ਓਕੇ। ਕਾਦੀ ਓਕੇ? ਪਹਿਲਾਂ ਪੈਸੇ ਫੜਾਓ ਫੇਰ ਹੀ ਜੜਾਂਗੇ ਅਸੀਂ ਕੋਕੇ। ਉਦੋਂ ਤੱਕ ਨੋ ਸ਼ੌਰੀ ਨੋ ਓਕੇ। ਉਹ ਮੈਂ ਕਿਹਾ ਜੀ ਓਕੇ ਕਰਨੀ ਤੇ ਜਰਨੇ ਕੋਕੇ, ਇਹ ਆ ਤੁਹਾਡੇ ਵੱਸ। ਤੁਸੀਂ ਮੈਨੂੰ ਇਹ ਦੱਸੋ ਕਿ ਮੁੰਡੇ ਦੀ ਬੁਕਿੰਗ ਕਦੋਂ ਕਰਵਾਵਾਂ? ਨੰਬਰਦਾਰ ਨਹੀਂ ਬਹੂ ਵਿਆਹ ਕੇ ਘਰ ਮੈਂ ਲੈ ਤਾਂ ਆਈ ਹੈ, ਪਰ ਦੇਖ ਲਈ ਜ਼ਿਆਦਾ ਦਿਨ ਨਹੀਂ ਕੱਟਦੀ। ਵਿਆਹ ਜੋ ਤੂੰ ਨਹੀਂ ਕਰਵਾਇਆ, ਤੂੰ ਤਾਂ ਕਾਲੀ ਜ਼ਬਾਨ ਕੱਢੇਂਗਾ ਹੀ। ਜਿਵੇਂ ਵੱਡੀਆਂ ਕੰਪਨੀਆਂ ਦੀ ਚੀਜ਼ਾਂ ਦੀ ਗਰੰਟੀ ਹੁੰਦੀ ਹੈ, ਉਸੇ ਤਰ੍ਹਾਂ ਵਿਚੋਲੇ ਜਿਹੜਾ ਵਿਆਹ ਕਰਾਉਂਦੇ ਆ ਉਹਦੀ ਵੀ ਗਰੰਟੀ ਹੁੰਦੀ ਹੈ। 100 ਤਰ੍ਹਾਂ ਦੀ ਤਸੱਲੀ ਕਰਕੇ ਫਿਰ ਰਿਸ਼ਤਾ ਕਰਵਾਉਂਦੇ ਨੇ। ਮੁੰਡੇ ਕੁੜੀ ਦਾ ਕਾਰੋਬਾਰ, ਖਾਨਦਾਨ, ਚਾਲ ਚਲਨ ਇਹ ਦੇਖਦੇ ਨੇ। ਆਂਢ ਗੁਆਂਢ ਤੋਂ ਪੁੱਛ ਗਿੱਛ ਕਰਦੇ ਨੇ ਤਾਂ ਜਾ ਕੇ ਰਿਸ਼ਤਾ ਕਰਵਾਉਂਦੇ ਨੇ। ਨਾ ਤੂੰ ਆਪਦੇ ਵਿਆਹ ਵਾਲੇ ਪੁੱਛ-ਗਿੱਛ ਨਹੀਂ ਕੀਤੀ ਸੀ? ਕੀਤੀ ਸੀਗੀ। ਫਿਰ ਤੇਰੀ ਜਨਾਨੀ ਕਿਉਂ ਭੱਜ ਗਈ? ਉਹ ਜਦੋਂ ਮੇਰੀ ਜਨਾਨੀ ਨੇ ਭੱਜਣ ਦੀ ਸਕੀਮ ਬਣਾਈ ਉਦੋਂ ਮੈਂ ਗੁਆਂਢ 'ਚ ਰਿਸ਼ਤਾ ਕਰਵਾਉਣ ਗਿਆ ਹੋਇਆ ਸੀਗਾ। ਨਾ ਤੇਰੀ ਜਨਾਨੀ ਨੂੰ ਤੇਥੋਂ ਤਕਲੀਫ ਕੀ ਸੀ? ਉਹ ਮੇਰੀ ਜਨਾਨੀ ਆਖਦੀ ਸੀ ਤੂੰ ਮੇਰੇ ਲਈ ਟਾਈਮ ਨਹੀਂ ਕੱਢਦਾ। ਫਿਰ ਤੈਂ ਕੀ ਕਿਹਾ? ਉਹ ਮੈਂ ਕੀ ਕਹਿਣਾ ਸੀ, ਮੈਂ ਆਪਦੀ ਘੜੀ ਲਾ ਕੇ ਉਹਦੇ ਹੱਥ 'ਚ ਫੜਾਈ। ਮੈਂ ਕਿਹਾ ਆ ਲੈ ਤੇਰੇ ਲਈ ਸਾਰੀ ਘੜੀ ਕੱਢਤੀ। ਪਿੰਡ 'ਚ ਹੁਣ ਰਿਸ਼ਤੇ ਤੇਰੇ ਬਗੈਰ ਹੋਣ ਲੱਗ ਪਏ ਨੇ। ਹੁਣ ਤਾਂ ਤੇਰਾ ਧੰਦਾ ਚੌਪਟ ਹੀ ਸਮਝ। ਮੇਰਾ ਧੰਦਾ ਚੌਪਟ ਨਹੀਂ ਹੋ ਸਕਦਾ। ਮੈਂ ਦੋਹਾਂ ਦੇ ਵਿੱਚ ਸਿਹਤ ਦਾ ਐਸਾ ਤਕਲਾ ਗੱਡੂ, 9 ਸੱਸ ਦੇ ਗੁੱਤ ਇੱਕ ਦੂਜੇ ਦੇ ਹੱਥ ਹੋਊ। ਤੂੰ ਵੀ ਉੱਲੂ ਵਾਂਗੂ ਕਿਸੇ ਦਾ ਪਲਾ ਨਾ ਸਮਝੀ। ਘਰ ਉਜਾੜ ਕੇ ਸਾਹ ਲਈ। ਉਹ ਜਿਨ੍ਹਾਂ ਦੇ ਤੂੰ ਰਿਸ਼ਤਾ ਕਰਾਉਣ ਚੱਲੇ ਉਹਨਾਂ ਦਾ ਚੱਟੇ ਦਰਖਤ ਹਰੇ ਨਹੀਂ ਹੋਏ। ਉਹ ਐਡਾ ਘਟੀਆ ਖਾਨਦਾਨਾ ਮੈਂ ਅੱਜ ਤੱਕ ਨਹੀਂ ਵੇਖਿਆ। ਓਏ ਇਹਨਾਂ ਦੇ ਖਾਨਦਾਨ ਨੂੰ ਤਾਂ ਮੁੱਢੋਂ ਕੋਈ ਰਿਸ਼ਤਾ ਨਹੀਂ ਦਿੰਦਾ। ਤੇ ਫਿਰ ਇਹਨਾਂ ਦਾ ਖਾਨਦਾਨ ਅੱਗੇ ਕਿਵੇਂ ਵਧਿਆ? ਓਏ ਮੁੰਡੇ ਦਾ ਦਾਦਾ ਪੂਰਬਨ ਮੁੱਲ ਲੈ ਕੇ ਆਇਆ ਸੀ ਤਾਂ ਉਹਨਾਂ ਦੇ ਖਾਨਦਾਨ ਦੀ ਬੇਲ ਅੱਗੇ ਚੱਲੀ। ਉਹ ਨਹੀਂ ਤਾਂ ਇਹਨਾਂ ਮੁੰਡੇ ਦੇ ਲੱਕੜ ਦਾਦੇ, ਫੱਕੜ ਦਾਦੇ, ਅੱਕੜ ਦਾਦੇ ਨੂੰ ਕਿਸੇ ਦਾ ਵਿਆਹ ਨਹੀਂ ਹੋਇਆ ਸੀ। ਇਹ ਤਾਂ ਆਦੀ ਰਿਸ਼ਤੇਦਾਰੀ 'ਚ ਕਿਸੇ ਵਿਧਵਾ ਨੂੰ ਚਾਦਰ ਪਾ ਕੇ ਆਦਾ ਘਰ ਵਸਾਇਆ ਹੈ। ਪਰ ਜਿਹਨੇ ਸਾਨੂੰ ਦੱਸ ਪਾਈ ਸੀ ਉਹਨੇ ਤਾਂ ਇਹ ਗੱਲ ਦੱਸੀ ਨਹੀਂ। ਉਹ ਕਿਉਂ ਦੱਸੂਗਾ? ਓਏ ਉਹਨੂੰ ਤਾਂ ਆਦੀ ਮੁੰਦਰੀ ਦਾ ਲਾਲਚ ਸੀ। ਨਾਲੇ ਦੇਖੋ ਜੀ ਮੈਂ ਤਾਂ ਤੁਹਾਨੂੰ ਦੱਸਣਾ ਸੀ, ਦੱਸ ਦਿੱਤਾ। ਹੁਣ ਰਿਸ਼ਤਾ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ। ਨਾ ਮੈਨੂੰ ਪਾਗਲ ਕੁੱਤੇ ਨੇ ਵੱਢਿਆ, ਮੈਂ ਆਦਾ ਰਿਸ਼ਤਾ ਉੱਥੇ ਕਰਾਂਗਾ। ਠੀਕ ਹੈ, ਤੁਸੀਂ ਉਹਨਾਂ ਨੂੰ ਇੱਕ ਵਾਰੀ ਨਾ ਕਰੋ, ਮੈਂ ਤੁਹਾਡਾ ਰਿਸ਼ਤਾ ਇਹ ਜੀ ਜਗ੍ਹਾ ਕਰਾਂਗਾ ਤੁਸੀਂ ਸਾਰੀ ਉਮਰ ਮੈਨੂੰ ਯਾਦ ਕਰੋਗੇ। ਉਹ ਨਾਲੇ ਤੇਰੀ ਮਾਂ ਕਹਿੰਦੀ ਸੀ ਵੀ ਕੁੜੀ ਉਹ ਲੈਣੀ ਹੈ ਜਿਹੜੀ ਮੇਰੇ ਅੱਗੇ ਨਾ ਬੋਲੇ। ਤਾਂ ਬਾਈ ਦੱਸ ਫਿਰ ਕੋਈ ਇਦਾਂ ਦੀ ਕੁੜੀ। ਨਾਲੇ ਇੱਕ ਗੱਲ ਹੋਰ, ਓਏ ਕੁੜੀ ਭੱਜਣ ਭਜਾਉਣ 'ਚ ਬੜੀ ਹੁਸ਼ਿਆਰ ਹੈ। ਕੀ ਮਤਲਬ ਹੈ ਤੇਰਾ? ਉਹ ਮੇਰਾ ਕਹਿਣ ਦਾ ਮਤਲਬ ਹੈ ਕੁੜੀ ਕੰਮ ਕਾਜ 'ਚ ਬੜੀ ਹੁਸ਼ਿਆਰ ਹੈ। ਅੱਛਾ, ਮਾਰ ਦੂੰਗਾ, ਕੱਟ ਦੂੰਗਾ, ਵੱਢ ਦੂੰਗਾ, ਬਸ ਇੱਕ ਵਾਰੀ ਮਿਲ ਜਾ ਸਹੀ। ਕਿਹਨੂੰ ਲੱਭ ਰਹੇ ਹੋ ਬਾਬਿਓ? ਪਰਾਂ ਓਏ, ਤੈਨੂੰ ਨਹੀਂ ਲੱਭਦਾ। ਉਹ ਅੱਛਾ, ਮੈਨੂੰ ਤਾਂ ਨਹੀਂ ਲੱਭਦੇ, ਪਰ ਲੱਭਦੇ ਕਿਹਨੂੰ ਪਏ ਹੋ? ਉਹ ਮੇਰੀ ਜਨਾਨੀ ਭੱਜ ਗਈ। ਉਹ ਬੱਲੇ ਵਧਾਈਆਂ। ਉਹ ਮੇਰੀ ਜਨਾਨੀ ਭੱਜ ਗਈ ਤੇ ਤੂੰ ਮੁਬਾਰਕਾਂ ਦੇਣਾ ਪਿਆ ਓਏ। ਉਹ ਮੇਰੀ ਵੀ ਭੱਜ ਗਈ ਸੀ, ਅੱਜ ਦੇਖੋ ਮੈਂ ਕਿੰਨਾ ਖੁਸ਼ ਹਾਂ। ਪਰ ਮੈਂ ਆਦੀ ਜਨਾਨੀ ਨੂੰ ਲੱਭ ਕੇ ਛੱਡੂੰਗਾ। ਜੇ ਛੱਡਣਾ ਹੀ ਆ ਫਿਰ ਲੱਭ ਕੇ ਕਰਨਾ। ਮੇਰਾ ਮਤਲਬ ਹੈ ਮੈਂ ਉਹਨੂੰ ਲੱਭ ਕੇ ਹੀ ਰਹਾਂਗਾ। ਓਹੋ, ਜੇ ਤੁਸੀਂ ਆਪ ਕੋ ਲੱਭਦੇ ਹੋ, ਜੇ ਲੱਭਣਾ ਹੀ ਆ ਤਾਂ ਪੁਲਿਸ ਤੇ ਰਪਟ ਲਿਖਾਓ, ਆਪੇ ਲੱਭ ਲੈਣਗੇ। ਪੁਲਿਸ ਵਾਲੇ ਨਹੀਂ ਲੱਭ ਸਕਦੇ ਉਹਨੂੰ, ਉਹ ਭੱਜੀ ਪੁਲਿਸ ਵਾਲਿਆਂ ਨਾਲੇ ਆਓ। ਫੇਰ ਤਾਂ ਨਹੀਂ ਜੀ ਤੁਹਾਡੀ ਜਨਾਨੀ ਲੱਭ ਸਕਦੀ। ਉਹ ਜਨਾਨੀ ਨੂੰ ਲੱਭਦਾ ਹੀ ਕਿਹੜਾ? ਉਹ ਫੇਰ ਕਿਹਨੂੰ ਲੱਭ ਰਹੇ ਹੋ? ਓਏ ਮੈਂ ਤਾਂ ਵਿਚੋਲੇ ਨੂੰ ਲੱਭਦਾ, ਉਹ ਜਿਹਨੇ ਰਿਸ਼ਤਾ ਕਰਾਇਆ। ਤੂੰ ਕਿੱਦਾਂ ਦੀ ਕੁੜੀ ਲੱਭੀ ਆ ਮੇਰੇ ਵਾਸਤੇ? ਉਹ ਕੁੜੀਆਂ ਵਰਗੀ ਕੁੜੀ ਲੱਭੀ ਹੈ ਜੀ। ਨਾ ਕਿਹਨੇ ਕਿਹਾ ਸੀ ਤੈਨੂੰ ਇਦਾਂ ਦੀ ਕੁੜੀ ਲੱਭਣ ਵਾਸਤੇ? ਤੁਹਾਡੀ ਮਾਤਾ ਜੀ ਨੇ। ਨਾ ਕੀ ਕਿਹਾ ਸੀ ਮੇਰੀ ਮਾਤਾ ਨੇ? ਤੁਹਾਡੀ ਮਾਤਾ ਜੀ ਨੇ ਕਿਹਾ ਸੀ ਵੀ ਕੁੜੀ ਇਹੋ ਜੀ ਲੱਭਣੀ ਹੈ ਜਿਹੜੀ ਮੇਰੇ ਅੱਗੇ ਜ਼ੁਬਾਨ ਨਾ ਖੋਲੇ। ਓਏ ਉਹ ਤਾਂ ਮੇਰੇ ਅੱਗੇ ਬੋਲ ਵੀ ਨਹੀਂ ਸਕਦੀ। ਓਏ ਇਹੀ ਤਾਂ ਆਪਣੀ ਖੋਜ ਸੀ।
ਓਏ ਦੇਖੋ ਜੀ ਕੁੜੀ ਦੀ ਜ਼ੁਬਾਨ ਹੋਏਗੀ ਤਾਂ ਉਹ ਜ਼ੁਬਾਨ ਲੜਾਏਗੀ। ਓਏ ਨਾ ਰਹੇਗਾ ਬਾਸ ਨਾ ਬਜੇਗੀ ਬਾਂਸਰੀ। ਓਏ ਉਹ ਤਾਂ ਬੰਸਰੀ ਵਜਾ ਵੀ ਨਹੀਂ ਸਕਦੀ। ਉਹ ਦੇਖੋ ਜੀ ਗੂੰਗੀ ਕੁੜੀ ਦੀ ਇੱਕ ਖਾਸੀਅਤ ਹੋਰ ਦੱਸਾਂ। ਨਾ ਦੱਸ। ਉਹ ਫਰਮਾਇਸ਼ ਹੀ ਨਹੀਂ ਕਰਦੀ। ਓਏ ਉਹ ਤਾਂ ਤੇਰੀ ਗੱਲ ਠੀਕ ਹੈ, ਪਰ ਕੁੜੀ ਤਾਂ ਕਿਸੇ ਪੁਲਸੀਏ ਨਾਲ ਭੱਜ ਗਈ। ਦੇਖੋ ਜੀ ਮੈਂ ਤੁਹਾਨੂੰ ਪਹਿਲੇ ਗੱਲ ਕਹੀ ਸੀ, ਕੁੜੀ ਭੱਜਣ ਭਜਾਣ ਵਿੱਚ ਬੜੀ ਹੁਸ਼ਿਆਰ ਹੈ। ਕੋਈ ਕੁੜੀ ਕਾੜੀ ਨਹੀਂ ਨਿਗਾਹ 'ਚ ਹੈਗੀ, ਇੰਨੇ ਸਾ ਕਰਾਉਣਾ ਹੈ। ਸਾਡਾ ਇੱਕ ਮੁੰਡਾ ਲੰਡਰ ਜਾ ਫਿਰਦਾ ਹੈ। ਰਿਸ਼ਤਾ ਮੈਂ ਕਿੱਥੋਂ ਕਰਾਵਾਂ? ਆਹ ਬਣ ਗਈ ਬਈ, ਗੱਲ ਬਣ ਗਈ। ਇੱਕ ਕੁੜੀ ਤਾਂ ਹੈ ਬੜੀ ਨੇਕ ਆ ਬਈ ਕੁੜੀ, ਸਾਰਾ ਪਿੰਡ ਨਾ ਉਹਦੇ ਨਾਂ ਦੀ ਸਹੁੰ ਖਾਂਦਾ, ਸਹੁੰ। ਅੱਛਾ ਸੌਂਵਾ ਖਾਂਦਾ ਹੋਣਾ ਵੀ ਸਾਡਾ ਉਹਦੇ ਨਾਲ ਚੱਕਰ ਆ। ਜਾ ਯਾਰ ਲਿਜਾਮ ਨਾ ਲਾਇਆ ਕਰੋ ਝੂਠੇ, ਅਰੇ ਪਿੰਡ ਦਾ ਚੱਕਰ ਕਿਧਰ ਹੋ ਗਿਆ ਯਾਰ। ਭਾਵੇਂ ਕੁੜੀ ਦਾ ਵੱਖ-ਵੱਖ ਟਾਈਮਾਂ ਤੇ ਵੱਖ-ਵੱਖ ਬੰਦਿਆਂ ਨਾਲ ਚੱਕਰ ਰਿਹਾ ਆ, ਪਰ ਜਦੋਂ ਕਿਤੇ ਇੱਕ ਨਾ ਲਾ ਲੈਂਦੀ ਆ ਨਾ ਲਾ, ਤੇ ਫਿਰ ਭਾਵੇਂ ਮਜ਼ਾਲਾ ਕੋਈ ਕੁਛ ਕਹੀ ਜਾਵੇ ਉਹਦੇ ਲਈ ਅੱਖ ਚੁੱਕ ਕੇ ਨਹੀਂ ਵੇਖਦੀ। ਇਸ ਗੱਲੋਂ ਬੜੀ ਸਾਊ ਆ ਕੁੜੀ। ਅੱਛਾ ਕੁੜੀ ਦਾ ਕਈਆਂ ਨਾਲ ਚੱਕਰ ਆ, ਫਿਰ ਵੀ ਕੁੜੀ ਨੇਕ ਹੈ। ਯਾਰ ਨੇਕ ਵਾਲੀ ਕਿਹੜੀ ਗੱਲ ਯਾਰ, ਕੀ ਹੋ ਗਿਆ ਯਾਰ? ਭੋਲੀਆਂ ਗੱਲਾਂ ਪਏ ਕਰਦੇ ਹੋ ਯਾਰ, ਕੀ ਹੋ ਗਿਆ? ਇੱਕ ਵਾਰੀ ਜੇ ਰਾਤ ਨੂੰ ਕੰਧ ਟੱਪਦੀ ਫੜੀ ਗਈ, ਇਹਦਾ ਮਤਲਬ ਇਹ ਥੋੜੀ ਹੋ ਗਿਆ ਫਿਰ ਕਿ ਉਹ ਨੇਕ ਨਹੀਂ ਯਾਰ। ਅੱਛਾ ਇੱਕ ਵਾਰੀ ਰਾਤ ਨੂੰ ਕੰਧ ਟੱਪਦੀ ਵੀ ਫੜੀ ਗਈ ਆ। ਆਹ ਤੁਹਾਨੂੰ ਤਾਂ ਹੀ ਆ ਤੁਹਾਡੇ ਮੁੰਡੇ ਸਦਾ ਲਈ ਤੁਰੇ ਫਿਰਦੇ ਛੜੇ। ਇੱਕ ਵਾਰੀ ਫੜੀ ਗਈ ਆ, ਬਾਕੀ ਇਹਦੀ ਫੜੀ ਵੀ ਤਾਂ ਨਹੀਂ ਨਾ ਗਈ ਅਗਲੀ। ਅੱਛਾ ਕਿਹਰੂ ਇਹ ਰਾਤ ਨੂੰ ਹੀ ਕੰਧਾਂ ਕਿਉਂ ਟੱਪਦੀ ਹੈ? ਓ ਯਾਰ ਟੱਪਣ ਟਪਾਉਣ ਦਾ ਤਾਂ ਇਸ ਤਰ੍ਹਾਂ ਆ ਵੀ ਆ ਕੁੜੀ ਨਾ ਖੇਡਾਂ ਖੂਡਾਂ 'ਚ ਭਾਗ ਲੈਂਦੀ ਰਹੀ ਆ, ਇਸੇ ਕਰਕੇ ਹੀ ਫਿਰ ਨਾ ਕੰਧਾਂ ਕੋਲੇ ਜੇ ਟੱਪਦੀ ਆ। ਨਹੀਂ ਮੈਂ ਕਿਹਰੂ ਗੱਲ ਹੋਰ ਪੁੱਛੀ ਆ। ਮੈਂ ਤੈਨੂੰ ਇਹ ਕਿਹਾ ਵੀ ਇਹ ਰਾਤ ਨੂੰ ਕਿਉਂ ਟੱਪਦੀ ਆ, ਇਹ ਦਿਨ ਵੇਲੇ ਕਿਉਂ ਨਹੀਂ ਟੱਪਦੀ? ਓ ਯਾਰ ਤੁਹਾਡੇ ਵਰਗੇ ਥੋੜੀ ਹੋ ਗਏ ਸਾਰੇ। ਬਚਨਾਂ ਦੀ ਅਗਲੀ ਪੱਕੀ ਆ ਵੀ ਜਦੋਂ ਮਿਲਣ ਦਾ ਵਾਅਦਾ ਹੀ ਰਾਤ ਦਾ ਕੀਤਾ ਤਾਂ ਫਿਰ ਅਗਲੀ ਨੇ ਰਾਤ ਨੂੰ ਹੀ ਕੋਠੇ ਟੱਪਣੇ ਹੋਏ ਕਿ। ਅੱਛਾ ਇਹ ਮਿਲਣ ਦੇ ਕਰਾਰ ਵੀ ਰਾਤ ਨੂੰ ਹੀ ਕਰਦੀ ਆ। ਕਾਹਨੂੰ ਯਾਰ ਕਿਉਂ ਪਾਪਾਂ ਦਾ ਭਾਗੀ ਬਣਦਾ? ਉਹ ਕਰਾਰ ਤਾਂ ਵਿਚਾਰੀ ਦਿਨੇ ਦਿਨੇ ਕਰਦੀ ਆ ਮਿਲਦੇ ਹੀ ਰਾਤ ਨੂੰ ਆ। ਕਿਆ ਕਰੈਕਟਰ ਹੈ ਯਾਰ ਕੁੜੀ ਦਾ, ਮੰਨ ਗਿਆ ਕੇਰੂ ਮੰਨ ਗਿਆ। ਓ ਯਾਰ ਚਰੈਕਟਰ ਦੀਆਂ ਗੱਲਾਂ ਦਾ ਗਾਂ ਹੋ ਗਈਆਂ, ਤੂੰ ਅੱਗੇ ਸੁਣ। ਬਈ ਕੇਰਾਂ ਕੀ ਹੋਇਆ, ਕੰਧ ਟੱਪਦੀ ਦੀ ਲੱਤ ਟੁੱਟ ਗਈ, ਫੇਰ ਵੀ ਮਾਂ ਦੀ ਧੀ ਲੰਕ ਜਾ ਮਾਰਦੀ ਲੈ ਵੀ ਆਪਦੇ ਬੰਦੇ ਨੂੰ ਮਿਲ ਕੇ ਜ਼ਰੂਰ ਆਈ। ਅੱਛਾ ਜੇ ਕੁੜੀ ਇੰਨੀ ਚੰਨ ਚੜਾਉਂਦੀ ਆ ਤੇ ਫਿਰ ਘਰ ਵਾਲੇ ਇਹਦਾ ਫਾਇਆ, ਮੇਰਾ ਮਤਲਬ ਇਹਦਾ ਵਿਆਹ ਕਿਉਂ ਨਹੀਂ ਕਰ ਦਿੰਦੇ? ਓ ਯਾਰ ਕੀ ਆ ਯਾਰ, ਇੰਨੇ ਕੁੜੀ ਦਾ ਯਾਰ ਚੰਗੇ ਕੰਮ ਆ ਜਵਾ, ਮੈਂ ਕਿਹਾ ਵੀ ਸਮਝ ਲਾ ਸੀਲ ਗਊਆ। ਇਹਨੂੰ ਮਾਲਕ ਭਾਵੇਂ 20 ਵਾਰੀ ਵੇਚ ਦੇ, ਫੇਰ ਪਤੰਦਰ ਦੀ ਮੁੜ ਕੜ ਕੇ ਪੁਰਾਣੇ ਮਾਲਕ ਕੋਲੇ ਆਈ ਜਾਂਦੀ ਆ। ਉਹ ਦੱਸਦੇ ਆ ਵੀ ਪਿੰਡ ਵਾਲੇ ਬਈ ਵਿਆਹ ਸ਼ਿਆ ਤਾਂ ਇਹਦਾ ਵੀ ਕੀਤਾ ਸੀ, ਪਰ ਆ ਕੰਜਰ ਦਾ ਪਿੰਡ ਦਾ ਜਿਹੜਾ ਮੋਹ ਆ ਨਾ, ਉਹ ਫੇਰ ਖਿੱਚ ਲਿਆ ਉਹਨੂੰ ਪਿੰਡ ਨੂੰ। ਇਹ ਕੇਰੂ ਇਹ ਪਿੰਡ ਦਾ ਮੋਹ ਕੇ ਪਿੰਡ ਵਾਲਿਆਂ ਦਾ ਮੋਹ ਆ? ਕਾਹਨੂੰ ਤੇਰੇ ਲਿਜਾਮ ਲਾਉਂਦੇ ਨੂੰ ਸ਼ਰਮ ਨਹੀਂ ਆਉਂਦੀ? ਓ ਯਾਰ ਇੱਕੋ ਹੀ ਗੱਲ ਹੋਈ ਨਾ ਫਿਰ ਵੀ ਜੇ ਪਿੰਡ ਨਾਲ ਮੋਹ ਆ ਤੇ ਫਿਰ ਪਿੰਡ ਵਾਲਿਆਂ ਨਾਲ ਮੋਹ ਤਾਂ ਆਪੇ ਹੋ ਗਿਆ ਨਾ। ਵੈਸੇ ਗੱਲ ਸੁਣੀ, ਮੈਂ ਫਿਰ ਰਿਸ਼ਤਾ ਪੱਕਾ ਸਮਝ ਲਾਂ। ਆਹੋ ਇੰਨੀਆਂ ਕੁੜੀ 'ਚ ਖੂਬੀਆਂ ਹੋਈਆਂ ਤੇ ਫਿਰ ਭਲਾ ਕਿਹੜਾ ਕੰਜਰ ਉਹਦੇ ਨਾਲ ਵਿਆਹ ਕਰਾਊਗਾ?
ਅੱਜ ਕਿੰਨੇ ਕ ਬੰਦਿਆਂ ਦੀ ਅਪਾਇੰਟਮੈਂਟ ਹੈ? 5 ਜਾਂ 6 ਕੁੜੀਆਂ ਕਿੰਨੀਆਂ ਆਪਣੇ ਕੋਲ? ਕੁੜੀਆਂ 4। ਤੇ ਬਾਕੀ ਦੀਆਂ 2 ਕੁੜੀਆਂ ਅਸੀਂ ਬਣਾਂਗੇ? ਭਾਜੀ ਆਮ ਕਿਵੇਂ ਹੋ ਸਕਦਾ ਹੈ? ਤੂੰ ਸਿੱਧੀ ਗੱਲ ਨਹੀਂ ਕਰ ਸਕਦਾ ਮੇਰੇ ਨਾਲ? ਇਹ ਮੋਬਾਈਲ ਤੇ ਕਿਉਂ ਗੱਲ ਕਰਦਾ? ਭਾਜੀ ਇਹ ਲੋਕਾਂ ਤੇ ਪ੍ਰੈਸ਼ਰ ਪੈਂਦਾ ਹੈ। ਨਾਲੇ ਆਉਂ ਲੱਗਦਾ ਅਸੀਂ ਬਹੁਤ ਬਿਜ਼ੀ ਆ। ਪਰ ਜੇ ਬਿਜ਼ੀ ਦਿਖਣਾ ਹੈ ਤਾਂ ਆਪਾਂ ਇਹਦੇ ਤੇ ਵੀਡੀਓ ਗੇਮ ਨਾ ਖੇਲ ਲਈ। ਆਓ ਭਾਜੀ ਆਓ ਬੈਠੋ। ਹੈਲੋ, ਹਾਂ ਸੁਖੀ। ਸ਼ਾਦੀ ਲਾਲ ਐਂਡ ਸੰਸ, ਸਸਤੇ ਤੇ ਟਿਕਾਊ ਰਿਸ਼ਤਿਆਂ ਦੀ 24 ਘੰਟੇ ਸੇਵਾ। ਸ਼ਾਦੀ ਦੇ ਪੈਸੇ ਵੀ ਲੈਣਗੇ ਤੇ ਸੰਸ ਦੇ ਪੈਸੇ ਵੀ ਲੈਣਗੇ, ਪਰ ਦਾਦੇ ਦੀ ਵਸੀਅਤ 'ਚ ਤੇ ਸ਼ਾਦੀ ਦੀ ਸ਼ਰਤ ਰੱਖੀ ਹੈ। ਕੋਈ ਨਹੀਂ, ਆਪਾਂ ਏਦਾਂ ਕਰਨੇ ਆ, ਸ਼ਾਦੀ ਕਰਾ ਲੈਣੇ ਆ, ਸੰਸ ਆਪਾਂ ਲੈਂਦੇ ਹੀ ਨਹੀਂ। ਰਿਸੈਪਸ਼ਨ, ਇਹਦਾ ਮਤਲਬ ਇੱਥੇ ਕੋਈ ਰਿਸੈਪਸ਼ਨਿਸਟ ਵੀ ਹੋਊਗੀ। ਠੀਕ ਹੈ। ਓਏ ਕਿੱਥੇ ਕਿੱਥੇ? ਰਿਸੈਪਸ਼ਨਿਸਟ ਕਿੱਥੇ ਬਹਿੰਦੀ ਹੈ? ਨਾਲ ਬਹਿੰਦੀ ਏ। ਕਿਹਦੇ ਨਾਲ ਬਹਿੰਦੀ ਹੈ? ਤੇਰੇ ਨਾਲ ਨਹੀਂ ਬਹਿੰਦੀ। ਮੇਰੇ ਨਾਲ ਬਹਿੰਦੀ ਹੋਏ ਮੈਂ ਤੈਨੂੰ ਕੋ ਪੁੱਛਾਂ? ਕਦੀ ਸਾਡੇ ਨਾਲ ਵੀ ਬਾ ਦਿਓ। ਓਏ ਤੂੰ ਇੱਥੇ ਵਿਆਹ ਕਰਾਉਣਾ ਆ? ਹੋਰ ਮੈਂ ਭਗੜਾ ਪਾਉਣਾ। ਅਸੀਂ ਵੀ ਇੱਥੇ ਵਿਆਹ ਕਰਾਉਣ ਆਏ ਸੀ। ਆਏ ਸੀ ਤੇ ਅਜੇ ਤੱਕ ਗਏ ਨਹੀਂ। ਹਾਂ, ਕਿਉਂਕਿ ਸਾਡਾ ਵਿਆਹ ਹੀ ਨਹੀਂ ਹੋਇਆ। ਤੇ ਫਿਰ ਇੱਥੇ ਕਰ ਦਿਓ। ਹੁਣ ਲੋਕਾਂ ਦੇ ਵਿਆਹ ਕਰਾਉਣੇ ਆ। ਵਾਹ ਬਈ ਵਾਹ, ਆਪ ਨਾ ਚੱਲੀ ਸੋਹਰੇ ਤੇ ਲੋਕਾਂ ਨੂੰ ਮੱਤੀ ਦੇ। ਉਹ ਭਰਾਵਾ, ਵਿਆਹੇ ਬੰਦੇ ਦੀ ਹਾਲਤ ਵੇਖ ਕੇ ਮੈਂ ਸੋਚਣਾ ਚੰਗਾ ਹੋਇਆ ਸਾਡਾ ਵਿਆਹ ਨਹੀਂ ਹੋਇਆ। ਕਿਉਂ? ਵਿਆਹੇ ਬੰਦੇ ਦੀ ਹਾਲਤ ਕਿੱਦਾਂ ਦੀ ਹੁੰਦੀ? ਉਹ ਭਰਾ, ਵਿਆਹ ਇੱਕ ਐਦਾਂ ਦੀ ਫਿਲਮ ਹੈ ਜਿਹਦਾ ਹੀਰੋ ਪਹਿਲੀ ਰਾਤ ਹੀ ਮਰ ਜਾਂਦਾ। ਮੈਂ ਤੇ ਜੇ ਵਿਆਹ ਕਰਾਉਣਾ ਤੂੰ ਮੇਰੇ ਹਿੱਸੇ ਦਾ ਵੀ ਕਰਵਾ ਲਈ। ਕਰਾ ਲੈਣੇ ਆ। ਮੈਨੂੰ ਆਪਣੇ ਹਿੱਸੇ ਦੀ ਵਹਾ ਤੇ ਸਹੀ। ਜਿੰਨੀਆਂ ਮਰਜ਼ੀ ਦੇਖ ਲੈ। ਸਾਰੀਆਂ ਵਹਾ। ਸਾਰੀਆਂ ਦੇਖ ਲਈ, ਪਰ ਫੋਟੋ 'ਚ ਆਓ ਚਲੀਏ। ਮੈਡਮ ਜੀ, ਮੈਂ ਵਿਆਹ ਕਰਾਉਣਾ। ਮੈਂ ਨਹੀਂ ਕਰਾਣਾ। ਮੈਂ ਆਪ ਵੀ ਕਰਾਉਣਾ ਤੁਹਾਡੇ ਨਾਲ। ਹੁਣ ਤੇ ਕੁੜੀਆਂ ਵਹਾਓ। ਵਿਆਹ ਲਈ ਤੁਸੀਂ ਇਹ ਫਾਰਮ ਭਰੋ। ਵਿਆਹ ਲਈ ਤੇ ਮੰਗ ਭਰੀ ਦੀ ਹੈ, ਮੈਂ ਤੇ ਮੰਗ ਭਰਾਂਗਾ। ਉਹ ਤਾਂ ਠੀਕ ਹੈ ਸਰ, ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਡੇ ਆਫਿਸ ਵਿੱਚ ਫੀਸ ਭਰਨੀ ਪਏਗੀ। ਤੁਸੀਂ ਫੀਸ ਵੀ ਲੈਂਦੇ ਹੋ? ਸਰ ਮੈਂ ਨਹੀਂ ਲੈਂਦੀ, ਸਾਡਾ ਆਫਿਸ ਲੈਂਦਾ ਹੈ। ਕਿੰਨੀ ਫੀਸ? ਸਰ ਸਾਡੇ ਇੱਥੇ ਵਿਆਹ ਲਈ ਅਲੱਗ-ਅਲੱਗ ਪਲਾਨਸ ਹੈ, ਅਲੱਗ-ਅਲੱਗ ਪਲਾਨਸ ਦੀ ਅਲੱਗ-ਅਲੱਗ ਫੀਸ ਹੈ। ਮੈਡਮ ਜੀ, ਮੈਂ ਇੱਥੇ ਵਿਆਹ ਕਰਾਉਣ ਆਇਆ, ਮੋਬਾਈਲ ਖਰੀਦਣ ਨਹੀਂ ਆਇਆ। ਸਰ ਮੋਬਾਈਲ ਕੰਪਨੀ ਦੀ ਤਰ੍ਹਾਂ ਸਾਡੇ ਵੀ ਅਲੱਗ-ਅਲੱਗ ਪਲਾਨਸ ਹੈ। ਤੁਹਾਡਾ ਉਹ ਹਾਲ ਤੇ ਨਹੀਂ ਮੋਬਾਈਲ ਕੰਪਨੀਆਂ ਵਾਂਗੂ ਪਲਾਨ ਕੋਈ ਹੋਰ ਦੱਸਦੇ ਨੇ, ਨਿਕਲਦਾ ਕੁਝ ਹੋਰ। ਨਹੀਂ ਸਰ, ਅਸੀਂ ਜੋ ਦੱਸਦੇ ਹਾਂ ਉਹੀ ਉਹ ਨਿਕਲਦਾ ਹੈ। ਸਾਡੇ ਆਫਿਸ ਵਿੱਚ ਅਲੱਗ-ਅਲੱਗ ਪਲਾਨਸ ਹੈ, ਜਿਵੇਂ ਸਹਿਜ ਪੱਕੇ, ਚਟਪਟ, ਚਟ ਮੰਗਨੀ, ਪਟ ਵਿਆਹ, ਝੂਠ ਮੂਠ। ਮੈਡਮ ਜੀ, ਆ ਵਿਆਹ ਦੇ ਜਿਹੜੇ ਪਲਾਨਸ ਨੇ ਨਾ, ਇਹ ਮੈਨੂੰ ਜਰਾ ਡਿਟੇਲ 'ਚ ਸਮਝਾਓ। ਉਹ ਤੁਹਾਨੂੰ ਮਿਸਟਰ ਅਰੋੜਾ ਦੱਸਣਗੇ। ਮਿਸਟਰ ਅਰੋੜਾ? ਕਿਤੇ ਵਿਆਹ 'ਚ ਬਣ ਨਾ ਜਾਏ ਅਰੋੜਾ। ਨਹੀਂ ਸਰ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਮਜਨੂ, ਇਹਨਾਂ ਨੂੰ ਮਿਸਟਰ ਅਰੋੜਾ ਕੋਲ ਲੈ ਕੇ ਜਾਓ। May I come in, sir? ਸਰ ਜੀ, ਇਹ ਨੇ ਭੁੱਲੇ ਸ਼ਾਹ ਜੀ, ਮੈਡਮ ਬਨੀ ਜੀ ਨੇ ਭੇਜੇ ਨੇ। ਇਹਨਾਂ ਨੂੰ ਵਿਆਹ ਦੇ ਸਾਰੇ ਪਲਾਨ ਸਮਝਾਣੇ ਨੇ। ਹਾਂ ਪਲੀਜ਼ ਸਿਟ ਸਿਟ। ਮੈਨੂੰ ਬੜੀ ਕਾਹਲੀ ਹੈ ਜੀ, ਤੁਸੀਂ ਬਸ ਛੇਤੀ ਪਲਾਨ ਦੱਸੋ ਮੈਨੂੰ। ਬੈਠੋ ਤਾਂ ਸਹੀ ਕੁੱਲੇ ਸ਼ਾਹ ਜੀ। ਸਾਡਾ ਸਭ ਤੋਂ ਪਹਿਲਾ ਪਲਾਨ ਹੈ ਸਹਿਜ ਪੱਕੇ, ਜਿਸ ਵਿੱਚ ਅਸੀਂ ਆਪਣੇ ਕਲਾਇੰਟ ਦੀ ਰਾਏ ਜਾਣਦੇ ਹਾਂ।
ਫਿਰ ਉਸੇ ਹਿਸਾਬ ਨਾਲ ਅਸੀਂ ਕੁੜੀ ਲੱਭਦੇ ਹਾਂ। ਫਿਰ ਮੁੰਡੇ ਨੂੰ ਕੁੜੀ ਦੇ ਮਾਪੇ ਨਾਲ ਮਿਲਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਕੁੜੀ ਮੁੰਡੇ ਨੂੰ ਆਪਸ ਵਿੱਚ ਮਿਲਾਇਆ ਜਾਂਦਾ ਹੈ। ਔਰ ਇਸ ਫਾਰਮੈਲਿਟੀ ਵਿੱਚ ਤਕਰੀਬਨ 1 ਸਾਲ ਲੱਗ ਜਾਂਦਾ ਹੈ। ਨਾ ਜੀ ਨਾ, ਇੰਨਾ ਟਾਈਮ ਨਹੀਂ ਹੈਗਾ ਮੇਰੇ ਕੋਲ। ਬੁੱਢੇ ਦਾ ਪਤਾ ਨਹੀਂ ਕਿਹੜੇ ਵੇਲੇ ਰਾਮ ਨਾਮ ਸੱਤ ਹੋ ਜੇ। ਕੀ ਮਤਲਬ? ਮੈਂ ਇੱਥੇ ਮਤਲਬ ਕੱਢਣ ਨਹੀਂ ਆਇਆ, ਮੈਂ ਤੇ ਆਪਣੇ ਵਿਆਹ ਦਾ ਕੱਢਾ ਕੱਢਣ ਆਇਆ। ਤੁਸੀਂ ਛੇਤੀ ਨਾਲ ਅਗਲਾ ਪਲਾਨ ਦੱਸੋ। ਬਿਲਕੁਲ ਬਿਲਕੁਲ। ਸਾਡਾ ਅਗਲਾ ਪਲਾਨ ਹੈ ਝੱਟ ਪੱਟ। ਇਸ ਵਿੱਚ ਅਸੀਂ ਆਪਣੇ ਕਲਾਇੰਟ ਨੂੰ ਕੁੜੀਆਂ ਦੀ ਫੋਟੋਆਂ ਦਿਖਾਣੇ ਆ। ਤੁਸੀਂ ਏਦਾਂ ਕਰੋ, ਕੁੜੀਆਂ ਦੀਆਂ ਫੋਟੋ ਤੇ ਤੁਸੀਂ ਵਿਖਾ ਹੀ ਦਿਓ ਨਾ। ਦਿਖਾਵਾਂਗੇ ਪਰ ਫੀਸ ਭਰਨ ਤੋਂ ਬਾਅਦ ਫੋਟੋਆਂ ਦਿਖਾ ਕੇ ਕੁੜੀ ਮੁੰਡੇ ਮਿਲਾ ਕੇ ਅਸੀਂ ਫਟ ਵਿਆਹ ਕਰਵਾ ਦੇਦਾ। ਪਰ ਹਾਂ, ਇਸ ਪਲਾਨ ਵਿੱਚ ਕੁੜੀ ਦੇ ਮਾਪੇ ਦੀ ਰਜ਼ਾਮੰਦੀ ਬਹੁਤ ਜ਼ਰੂਰੀ ਹੈ। ਔਰ ਝੱਟ ਮੰਗਣੀ ਪਟ ਵਿਆਹ 'ਚ ਅਸੀਂ ਕੁੜੀ ਮੁੰਡੇ ਨੂੰ ਮਿਲਾ ਕੇ ਫਟ ਵਿਆਹ ਕਰਵਾ ਦੇਦਾ। ਮਾਪੇ ਦੀ ਤਾਂ ਅਸੀਂ ਸਲਾਹ ਵੀ ਨਹੀਂ ਲਈਦੀ। ਉਹ ਕਿਉਂ ਜੀ? ਕੁੜੀ ਦੇ ਮਾਪੇ ਹੁੰਦੇ ਹੀ ਨਹੀਂ, ਅਸੀਂ ਕੁੜੀ ਯਤੀਮ ਘਰੋਂ ਲੈ ਕੇ ਆਨੇ ਆ। ਮੈਨੂੰ ਵੀ ਯਤੀਮ ਹੀ ਸਮਝੋ ਜੀ, ਇੱਕੋ ਦਾਦਾ ਉਹ ਵੀ ਸਮਝੋ ਗਿਆ। ਇਸ ਪਲਾਨ ਵਿੱਚ ਤੁਸੀਂ ਸਿਰਫ ਮੈਰਿਜ ਬਿਊਰੋ ਤੱਕ ਆਣਾ। ਬੈਂਡ ਵੀ ਸਾਡਾ ਹੋਏਗਾ ਤੇ ਰਿਸ਼ਤੇਦਾਰ ਵੀ ਸਾਡੇ ਹੋਣਗੇ। ਔਰ ਰਿਸ਼ਤੇਦਾਰ ਬਿਲਕੁਲ ਓਰੀਜਨਲ ਰਿਸ਼ਤੇਦਾਰਾਂ ਵਾਂਗੂ ਹੀ ਬਿਹੇਵ ਕਰਨਗੇ। ਮਾਸੜ ਅਸਲੀ ਮਾਸੜ ਵਾਂਗੂ ਰੁੱਸੇਗਾ, ਸ਼ਰਾਬੀ ਨਾਲੀਆਂ 'ਚ ਡਿੱਗਣਗੇ ਤੇ ਇੱਕ ਅੱਧੇ ਦਾ ਸਿਰ ਵੀ ਫਟੇਗਾ। ਵੈਰੀ ਗੁੱਡ। ਸਾਡਾ ਆਖਰੀ ਪਲਾਨ ਹੈ ਝੂਠ ਮੂਠ। ਝੂਠ ਮੂਠ? ਇਹਦਾ ਮਤਲਬ ਕੁੜੀ ਨਹੀਂ ਹੋਏਗੀ? ਨਹੀਂ ਜੀ ਨਹੀਂ, ਕੁੜੀ ਵੀ ਹੁੰਦੀ ਹੈ, ਮੁੰਡਾ ਵੀ ਹੁੰਦਾ ਹੈ। ਸਭ ਕੁਝ ਅਸਲੀ ਹੁੰਦਾ ਪਰ ਵਿਆਹ ਨਕਲੀ ਹੁੰਦਾ। ਓਕੇ ਜੀ, ਮੁੰਡਾ ਬਾਹਰ ਜਾਣ ਦਾ ਇੱਛੁਕ ਹੁੰਦਾ ਔਰ ਕੁੜੀ NRI ਹੁੰਦੀ ਹੈ। ਕਾਗਜ਼ੀ ਵਿਆਹ ਹੁੰਦਾ, ਮੁੰਡਾ ਜਦੋਂ ਚਾਹੇ ਤਲਾਕ ਲੈ ਲੈਂਦਾ। ਤੁਹਾਡੇ ਕਰਵਾਏ ਵਿਆਹ ਦੀ ਕੋਈ ਗਾਰੰਟੀ? ਬਲਬ ਦੀ ਤਰ੍ਹਾਂ ਸਾਡੇ ਵੀ ਕਰਵਾਏ ਵਿਆਹ ਦੀ ਕੋਈ ਗਾਰੰਟੀ ਨਹੀਂ ਹੁੰਦੀ। ਤੁਸੀਂ ਆਫਿਸ ਵਿੱਚ ਚੈੱਕ ਕਰ ਲਓ, ਨਬਜ਼ ਚੱਲਦੀ ਹੋਏਗੀ। ਉਸ ਤੋਂ ਬਾਅਦ ਚੱਲੇ ਨਾ ਚੱਲੇ। ਮੈਨੂੰ ਤੇ ਝੱਟ ਮੰਗਣੀ ਪੱਟ ਵਿਆਹ ਵਾਲਾ ਪਲਾਨ ਸੂਟ ਕਰੇਗਾ। ਕੱਢੋ ਲੱਖ ਰੁਪਏ। ਗੱਲ ਸੁਣੋ, ਤੁਹਾਡੇ ਫਾਈਨਾਂਸ ਕਰਵਾਉਣ ਵਾਲੀ ਕੋਈ ਸਕੀਮ ਨਹੀਂ ਹੈਗੀ? ਸੌਰੀ, ਵਿਆਹ ਲਈ ਕੋਈ ਫਾਈਨਾਂਸ ਨਹੀਂ ਮਿਲ ਸਕਦਾ। ਉਹ ਕਿਉਂ ਜੀ? ਦੇਖੋ, ਜੇ ਕਾਰ ਫਾਈਨਾਂਸ ਕਰਾਈਏ ਔਰ ਕਿਸ਼ਤਾਂ ਟੁੱਟ ਜਾਣ ਤਾਂ ਫਾਈਨਾਂਸਰ ਕਾਰ ਚੱਕ ਕੇ ਲੈ ਜਾਂਦਾ ਹੈ। ਜੇ ਮਸ਼ੀਨਰੀ ਫਾਈਨਾਂਸ ਕਰਾਈਏ ਔਰ ਕਿਸ਼ਤਾਂ ਟੁੱਟ ਜਾਣ ਤਾਂ ਫਾਈਨਾਂਸਰ ਮਸ਼ੀਨਰੀ ਲੈ ਜਾਂਦਾ ਹੈ। ਪਰ ਜੇ ਵਿਆਹ ਫਾਈਨਾਂਸ ਕਰਾਈਏ ਔਰ ਕਿਸ਼ਤਾਂ ਟੁੱਟ ਜਾਣ ਤਾਂ ਫਾਈਨਾਂਸਰ ਜਨਾਨੀ ਚੱਕ ਕੇ ਲੈ ਕੇ ਜਾਊਗਾ। ਪੇਮੈਂਟ ਚੈੱਕ ਰਾਹੀਂ ਚੱਲੂ। ਕੁੱਲੇ ਸ਼ਾਹ ਜੀ, ਇਸ ਵਾਸਤੇ ਤੁਸੀਂ ਸਾਡੇ ਮਾਲਿਕ ਸ਼ਾਦੀ ਜੀ ਲਾਲ ਜੀ ਨੂੰ ਮਿਲੋ। ਉਹ ਇਸ ਵੇਲੇ ਵੇਟਿੰਗ ਰੂਮ 'ਚ ਹੀ ਹੈ, ਤੁਸੀਂ ਉੱਥੇ ਉਹਨਾਂ ਨੂੰ ਮਿਲ ਸਕਦੇ ਹੋ। ਠੀਕ ਹੈ ਜੀ, ਥੈਂਕ ਯੂ। ਦੇਖ ਨਾ ਕਰ ਸਾਨੂੰ ਦੁਖੀ। ਦੇਖ ਤੂੰ ਵਿਆਹ ਕਰਵਾ ਕੇ 21 ਹਸਬੈਂਡ ਛੱਡ ਚੁੱਕੀ ਹੈ, ਪਰ ਇੱਕ ਜਨਾਨੀ ਨੇ 22 ਹਸਬੈਂਡ ਛੱਡੇ ਸੀਗੇ। ਉਹਦਾ ਵਰਲਡ ਰਿਕਾਰਡ ਹੈ। ਮੈਂ ਚਾਹੁੰਦਾ ਛੇਤੀ ਤੋਂ ਛੇਤੀ ਤੂੰ ਇਸ ਰਿਕਾਰਡ ਨੂੰ ਤੋੜੇ। ਇੱਕ ਮਿੰਟ ਸੁੱਕੀ, ਅੱਗੇ ਤਾਂ ਤੂੰ 15 ਦਿਨ ਬਾਅਦ ਹੀ ਆਪਣੇ ਹਸਬੈਂਡ ਨੂੰ ਛੱਡ ਦਿੰਦੀ ਸੀ, ਕੋਈ ਨਾ ਕੋਈ ਦੋਸ਼ ਲਾ ਕੇ ਉਹਦੇ ਕੋਲ ਪੈਸਾ ਲੈ ਆਂਦੀ ਸੀ। ਇਹ 22ਵੇਂ ਹਸਬੈਂਡ ਨੂੰ ਕੀ ਪਲਾਤਾ? ਤੂੰ ਉੱਥੇ ਮਹੀਨਾ ਹੀ ਲਾਤਾ। ਇੱਕ ਮਿੰਟ ਸੁੱਕੀ ਗੱਲ ਸੁਣ, ਜੇ ਨਾਈ ਬਾਲਾਂ ਨਾਲ ਪਿਆਰ ਵਧਾਊਗਾ ਤੇ ਕੱਟੂਗਾ ਕੀ? ਤਾਂ ਜੇ ਕੱਟੂਗਾ ਨਹੀਂ ਤਾਂ ਖੱਟੂਗਾ ਕੀ? ਐਸ ਕਰਕੇ ਜ਼ਿਆਦਾ ਸੈਂਟੀਮੈਂਟਲ ਹੋਣ ਦੀ ਲੋੜ ਨਹੀਂ ਹੈ। ਤੂੰ ਛੇਤੀ ਤੋਂ ਛੇਤੀ ਆਪਣੇ ਹਸਬੈਂਡ ਨੂੰ ਛੱਡ ਕੇ ਇੱਥੇ ਆ ਜਾ। ਅਸੀਂ ਬੇਸਬਰੀ ਨਾਲ ਤੇਰਾ ਇੰਤਜ਼ਾਰ ਕਰ ਰਹੇ ਹਾਂ। ਹਾਂ ਸੁੱਕੀ, ਸੁੱਕੀ ਤੂੰ ਹਾਂ ਹੂੰ ਕੁਝ ਨਹੀਂ ਕਰ ਰਹੀ। ਸੁੱਕੀ ਕੀ ਹੋਇਆ ਭਾਜੀ? ਕਾਲ ਤਾਂ ਕਦੇ ਦੀ ਬੰਦ ਹੋਈ ਪਈ ਹੈ। ਅਸੀਂ ਐਵੇਂ ਇੰਨੀ ਦੇਰ ਤੋਂ ਕੰਨ ਕਸਾਈ ਜਾ ਰਹੇ ਹਾਂ ਮੋਬਾਈਲ ਨਾਲ। ਓ ਭਾਜੀ, ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸਾਡੇ ਹੱਥੋਂ ਗਈ ਭਾਜੀ। ਮੈਨੂੰ ਲੱਗਦਾ ਉਹ ਭਾਜੀ ਗ੍ਰਾਹਕਾਂ ਦੀ ਲਿਸਟ ਵਧੀ ਜਾ ਰਹੀ ਹੈ, ਉਹ ਵਿਆਹ ਕਰਾਉਣ ਵਾਲੀ ਕੁੜੀਆਂ ਦੀ ਲਿਸਟ ਘਟੀ ਜਾ ਰਹੀ ਹੈ। ਫਿਰ ਐਂ ਕਰ, ਹਾਂ ਤੂੰ ਛੇਤੀ ਤੋਂ ਛੇਤੀ ਮੁੱਛਾਂ ਵਢਾ। ਭਾਜੀ ਉਹ ਕਿਉਂ? ਤੈਨੂੰ ਕੁੜੀ ਬਣਾਵਾਂਗਾ। ਨਹੀਂ ਭਾਜੀ, ਨਹੀਂ ਭਾਜੀ। ਦੇਖ ਵੀਰ, ਦੇਖ ਤੈਨੂੰ ਇਹ ਕੁਰਬਾਨੀ ਦੇਣੀ ਪਏਗੀ। ਨਹੀਂ ਮੈਂ ਨਹੀਂ ਦੇਣੀ ਕੁਰਬਾਨੀ। ਮੰਨ ਜਾ ਮੇਰਾ ਵੀਰ। ਤਾਂ ਵੀਰ ਵੀ ਮੇਰਾ ਪਿਆਰਾ ਵੀਰ, ਮੰਨ ਜਾ। ਨਹੀਂ ਮੁੱਛਾਂ ਵਢਾਣੀ ਭਾਜੀ। ਮੁੱਛਾਂ ਤੈਨੂੰ ਵਢਾਣੀਆਂ ਨਾ ਭਾਜੀ, ਮੈਂ ਮੁੱਛਾਂ ਨਹੀਂ ਵਢਾਣੀ, ਤੁਹਾਨੂੰ ਮੇਰੀ ਸੋਚ ਹੈ। ਉਹ ਮੈਂ ਪਿਆਰ ਨਾਲ ਕਹਿ ਰਿਹਾ, ਮੰਨ ਜਾ, ਮੰਨ ਜਾ। ਮੈਂ ਪਿਆਰ ਨਾਲ ਕਹਿ ਰਿਹਾ, ਮੰਨ ਜਾ। May I come in, sir? Come in, come in. ਕੌਣ ਹੈ ਭਾਜੀ? You are already in. ਪਹਿਲਾਂ ਮੈਨੂੰ ਇਹ ਦੱਸੋ, ਤੁਸੀਂ ਪੁੱਠੇ ਹੋ ਕੇ ਕਿਉਂ ਬੈਠੇ ਸੀ?
ਸਾਡੀ ਮਰਜ਼ੀ। ਨਹੀਂ ਨਹੀਂ, ਵੈਸੇ ਸਾਡੇ ਸਾਰੇ ਹੀ ਕੰਮ ਪੁੱਠੇ ਹੁੰਦੇ ਆ ਜੀ। ਉਹ ਕਿਵੇਂ? ਵਿਆਹ ਕਰਾ ਕੇ ਕਿਸੇ ਦੀ ਆਜ਼ਾਦੀ ਨੂੰ ਖਤਮ ਕਰਨਾ ਇਹ ਪੁੱਠੇ ਹੀ ਕੰਮ ਹੈ। ਫਿਰ ਨਾ ਕਰੋ ਪੁੱਠੇ ਕੰਮ। ਦੇਖੋ ਭਾਜੀ, ਕਸਾਈ ਨੂੰ ਪਤਾ ਹੁੰਦਾ ਹੈ ਕਿ ਬੱਕਰਾ ਚਟਕਾਣਾ ਪਾਪ ਹੁੰਦਾ ਹੈ, ਫਿਰ ਵੀ ਉਹ ਚਟਕਾਉਂਦਾ ਹੈ। ਤੁਹਾਡੇ ਤੇ ਕਸਾਈ 'ਚ ਇਹੀ ਫਰਕ ਹੈ, ਉਹ ਬੱਕਰੇ 'ਚ ਢਕਾਈ ਜਾਂਦਾ, ਤੁਸੀਂ ਬੰਦੇ 'ਚ ਢਕਾਈ ਜਾਂਦੇ। ਪੇਟ ਦੀ ਖਾਤਰ। ਫਿਰ ਮੈਨੂੰ ਕਦੋਂ ਝਟਕਾਓਗੇ? ਜਦੋਂ ਤੁਸੀਂ ਕਹੋਗੇ। ਪਰ ਇੱਕ ਗੱਲ ਹੈ, ਮੈਨੂੰ ਝਟਕਾ ਦੇਣਾ ਪਰ ਝਟਕਾਣਾ ਦੇਣਾ। ਬਾਈ ਦੀ ਵੇ, ਨਾਂ ਕੀ ਹੈ ਤੁਹਾਡਾ? ਮੇਰਾ ਨਾਮ ਕੁੱਲੇ ਸ਼ਾਹ। ਇਹ ਕੁੱਲੇ ਸ਼ਾਹ ਜੀ, ਫਿਰ ਏਦਾਂ ਕਰੋ, ਐਦਾਂ ਕਰੋ ਭਾਵੇਂ ਉਦਾਂ ਕਰੋ, ਪਰ ਇੱਕ ਗੱਲ ਸੁਣੋ, ਬਾਹਰ ਜਾ ਕੇ ਇੱਕ ਫਾਰਮ ਭਰੋ ਤੇ 10,000 ਰੁਪਏ ਜਮ੍ਹਾਂ ਕਰੋ। ਓਕੇ 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 ਓਕੇ। ਚਲੋ ਬਾਜੋ ਦਫ਼ਤਰ ਚਲੀਏ। ਬਜਨੂ, ਇਹ ਸਮਾਨ ਲੈ ਆਈ ਅੰਦਰ। हाँ भाजी आओ, बिजनेस शुरू करिए। ਸਰ ਇਹ ਫਾਈਲ ਸੀ। अब भाई सुखी का कुछ पता चला? ਸਰ ਤੁਸੀਂ ਤਾਂ ਐਵੇਂ ਹੀ ਘਬਰਾਈ ਜਾਂਦੇ ਹੋ। ਸੁੱਖੀ ਤਾਂ ਹਮੇਸ਼ਾ ਦੀ ਤਰ੍ਹਾਂ ਠੀਕ 14 ਦਿਨ ਬਾਅਦ ਆਪਣੇ ਹਸਬੰਡ ਦਾ ਘਰ ਛੱਡ ਕੇ ਭੱਜ ਗਈ। ਇਹ ਕਮਾਲ ਹੈ, ਪਹਿਲਾਂ ਉਹ ਆਪਣੇ ਹਸਬੰਡ ਨੂੰ ਭਜਾਉਂਦੀ ਹੁੰਦੀ ਸੀ, ਹੁਣ ਆਪ ਭੱਜ ਗਈ। ਸਰ ਉਹਦਾ ਹਸਬੰਡ ਵੀ ਭੱਜਿਆ ਫਿਰਦਾ ਹੈ। ना उन्हें मिल्खा का रिकॉर्ड दोनों सी। ਨਹੀਂ ਨਹੀਂ ਸਰ, ਸੁੱਖੀ ਉਹਦੇ 4-5 ਲੱਖ ਦੇ ਗਹਿਣਿਆਂ ਨੂੰ ਥੁੱਕ ਲਾ ਗਈ। ਥੁੱਕ ਲਾ ਕੇ? ਬਈ ਥੁੱਕ ਕਿਉਂ ਲਾਣਾ ਸੀ? ਜੇ ਲਾਣਾ ਹੀ ਸੀ ਕੁਝ ਤਾਂ ਦੁੱਧ ਲਾਂਦੀ, ਪਾਣੀ ਲਾਂਦੀ, ਸ਼ਹਿਦ ਲਾਂਦੀ। ਥੁੱਕ ਲਾਣ ਦੀ ਕੀ ਲੋੜ ਸੀ? ओ भाजी भाजी भाजी, थूक का मतलब लेके भज गई। ਵੈਸੇ ਸੁਖੀ ਦਾ ਹਸਬੰਡ ਵੀ ਕਰੈਕ ਹੈ। ਮੈਨੂੰ ਕਹਿੰਦਾ ਮੇਰਾ ਸੁਖੀ ਨਾਲ ਵਿਆਹ ਕਰਾ ਦਿਓ, ਮੈਂ ਸੁਖੀ ਨੂੰ ਸੋਨੇ 'ਚ ਮੜ ਦਾਂਗਾ। ਹੁਣ ਸੁਖੀ ਨੇ 4-5 ਲੱਖ ਨੂੰ ਮੜਤਾ। ਉਹ ਸਰ ਪੁਲਿਸ ਸੁੱਖੀ ਮਗਰ ਵੀ ਪਈ ਹੋਈ ਹੈ। ਉਹ ਪੁਲਿਸ ਦੀ ਖਾਸੀਅਤ ਹੈ, ਉਹ ਮੁਲਜ਼ਮ ਲੱਭਣ ਜਾਂਦੀ ਹੈ, ਲੱਭ ਕੁਝ ਹੋਰ ਲੈਂਦੀ ਹੈ। ਜਦੋਂ ਕੁਝ ਹੋਰ ਲੱਭ ਜਾਂਦਾ ਹੈ, ਉਦੋਂ ਮੁਲਜ਼ਮ ਗਵਾ ਜਾਂਦਾ ਹੈ। ਦੇਖੋ ਜੀ, ਮੁਲਜ਼ਮ ਭੱਜਦਾ ਹੈ ਸੱਜੇ ਤਾਂ ਪੁਲਿਸ ਲੱਭਦੀ ਹੈ ਖੱਬੇ। ਬਸ ਐਸੇ ਵਿੱਚ ਮੁਲਜ਼ਮ ਸੱਜੇ ਖੱਬੇ ਹੋ ਜਾਂਦਾ ਹੈ। ਸਰ ਉਹ ਤਾਂ ਠੀਕ ਹੈ, ਪਰ ਤੁਸੀਂ ਇਹ ਦੱਸੋ ਸਰ, ਕੁੱਲੇ ਸ਼ਾਹ ਜੀ ਦਾ ਕੀ ਕਰਨਾ? ਉਹ ਤਾਂ ਇਹੀ ਰੌਲਾ ਪਾਈ ਜਾਂਦੇ, ਮੈਂ ਅੱਜ ਹੀ ਵਿਆਹ ਕਰਾਣਾ, ਅੱਜ ਹੀ ਵਿਆਹ। ਉਹਦਾ ਕੀ ਕਰਨਾ ਹੈ? ਮਜਨੂ ਦੀ ਰਗੜ ਰਗੜ ਕੇ ਸ਼ੇਵ ਕਰਾ ਦਿਓ ਤੇ ਜਨਾਨਾ ਕੱਪੜੇ ਪਾ ਦਿਓ ਤੇ ਕੁੱਲੇ ਦਾ ਵਿਆਹ ਦਿਓ। ਨਹੀਂ ਨਹੀਂ ਸਰ, ਫਿਲਹਾਲ ਤਾਂ ਮੈਂ ਕੁੱਲੇ ਸ਼ਾਹ ਜੀ ਨੂੰ ਫੋਟੋਆਂ ਦਿਖਾ ਕੇ ਟਾਲਦਾ। ਓਏ ਕੁੜੀਆਂ ਦੀਆਂ ਫੋਟੋਆਂ ਦਿਖਾਈ, ਕਿਤੇ ਆਪਣੀਆਂ ਦਿਖਾ ਦੇ। ਨਾਲੇ ਬੰਨੀ ਦੀ ਡਿਊਟੀ ਲਾਈ ਫੋਟੋਆਂ ਦਿਖਾਉਣ ਵਾਸਤੇ। ਓਕੇ 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 ਓਕੇ। ਮੈਂ ਕਮ ਇਨ ਸਰ? ਯੈਸ ਕਮ ਇਨ। ਸਰ ਤੁਸੀਂ ਮੈਨੂੰ ਬੁਲਾਇਆ ਸੀ? ਬਨੀ ਜੀ, ਤੁਸੀਂ ਗੋਸਵਾਮੀ ਨੂੰ ਕਹੋ ਕਿ ਉਹ ਕੈਂਡੀਡੇਟ ਦੀ ਐਲਬਮ ਕੁੱਲੇ ਸ਼ਾਹ ਜੀ ਨੂੰ ਦਿਖਾ ਦੇਣ ਤਾਂ ਕਿ ਉਹ ਕੁੜੀ ਪਸੰਦ ਕਰ ਲੈਣ। ਸਰ ਗੋਸਵਾਮੀ ਤਾਂ ਅੱਜ ਆਇਆ ਨਹੀਂ। ਹੈ? ਅੱਜ ਫਿਰ ਨਹੀਂ ਆਇਆ? ਨਹੀਂ ਸਰ। ਲੱਗਦਾ ਉਸਦਾ ਕੰਮ ਕਰਨ ਦਾ ਦਿਲ ਨਹੀਂ ਕਰਦਾ। ਅੱਖ ਤਾਂ ਉਹ ਐਮਡੀ ਦੀ ਕੁਰਸੀ ਤੇ ਰੱਖਦਾ। ਖੈਰ ਆਪਾਂ ਨੂੰ ਕੀ, ਆਪਣੀ ਮੌਤ ਆਪ ਮਰੂਗਾ। ਸਰ ਉਹਨਾਂ ਨੂੰ ਇਹ ਐਲਬਮ ਮੈਂ ਦਿਖਾ ਦਾਂ? ਬਿਲਕੁਲ ਬਿਲਕੁਲ, ਆ ਲਓ। ਥੈਂਕ ਯੂ ਸਰ। ਓਕੇ। हेलो सर, चुक्को कुड़ियाँ। क्या बात है, ਇਹ ਤੇ ਨਿਰੀ ਪਟਾਕਾ ਹੈ। ਹਾਂ, ਇਹ ਤੇ ਉਹ ਤੋਂ ਵੀ ਧਮਾਕਾ ਹੈ। ਪਰ ਮੈਡਮ ਜੀ, ਮੈਂ ਤਾਂ ਡਿਸਾਈਡ ਨਹੀਂ ਕਰ ਸਕਦਾ ਕਿਹੜੀ ਕੁੜੀ ਰਿਜੈਕਟ ਕਰਾਂ ਤੇ ਕਿਹੜੀ ਸਿਲੈਕਟ ਕਰਾਂ। ਤੁਸੀਂ ਏਦਾਂ ਕਰੋ, ਤੁਸੀਂ ਸਾਰੀਆਂ ਕੁੜੀਆਂ ਨੂੰ ਚੁੱਕ ਲਓ। ਮਿਸਟਰ ਕੁੱਲੇ, ਤੁਸੀਂ ਇਹ ਕਿਉਂ ਭੁੱਲੇ? ਤੁਸੀਂ ਸਿਰਫ ਇੱਕ ਵਿਆਹ ਦਾ ਐਡਵਾਂਸ ਦਿੱਤਾ ਹੈ। ਵਿਆਹ ਤੇ ਇੱਕ ਹੀ ਕਰਾਂਗੇ, ਪਰ ਅੱਖੀ ਵੇਖ ਕੇ ਕੁੜੀ ਡਿਸਾਈਡ ਕਰਾਂਗੇ। ਤੇ ਫੋਟੋਆਂ ਕਿਹੜੀਆਂ ਤੁਸੀਂ ਕੰਨੀ ਵੇਖੀਆਂ, ਅੱਖੀ ਵੇਖੀਆਂ ਨਾ? ਮੇਰਾ ਮਤਲਬ ਹਰ ਇੱਕ ਕੁੜੀ ਨੂੰ ਲਾਈਨ 'ਚ ਖੜਾ ਕੇ ਉਹਦੇ ਅੱਗੋਂ ਅਸੀਂ ਤਸ਼ਰੀਫ ਲਗਾ ਕੇ ਹਰ ਇੱਕ ਕੁੜੀ ਨੂੰ ਚੂਰ-ਪੂਰ ਵੇਖਾਂਗੇ। ਮੇਰਾ ਮਤਲਬ ਕੂਰ-ਕੂਰ ਵੇਖਾਂਗੇ। ਜੇ ਫਿਰ ਵੀ ਕਨਫਿਊਜ਼ਨ ਰਿਹਾ, ਮੇਰਾ ਮਤਲਬ ਕਨਫਿਊਜ਼ਨ ਰਿਹਾ,
ਤੇ ਕਾਗਜ਼ ਦਾ ਜਹਾਜ਼ ਬਣਾਵਾਂਗੇ, ਉਹਨੂੰ ਉਡਾਵਾਂਗੇ ਔਰ ਜਿਸ ਤੇ ਕਰੇਗਾ ਲੈਂਡ ਉਸੇ ਕੁੜੀ ਦਾ ਫੜਾਂਗੇ ਹੈਂਡ ਤੇ ਉਸੇ ਕੁੜੀ ਦੇ ਗਲ 'ਚ ਪਾਵਾਂਗੇ ਹਾਰ ਮਾਲਾ। ਕੁੱਲੇ ਜੀ ਹਾਰ ਮਾਲਾ ਨਹੀਂ, ਜੈ ਮਾਲਾ। ਕੁੜੀ ਦਾ ਵਿਆਹ ਹੁੰਦਾ ਹੈ, ਉਹਦੇ ਲਈ ਜੈ ਹੁੰਦੀ ਹੈ ਤੇ ਜੈ ਮਾਲਾ। ਮੁੰਡੇ ਦਾ ਵਿਆਹ ਹੁੰਦਾ ਹੈ, ਉਹਦੇ ਲਈ ਹਾਰ ਹੁੰਦੀ ਹੈ ਤੇ ਹਾਰ ਮਾਲਾ। ਕੁੱਲੇ ਸ਼ਾਹ ਜੀ, ਕੁੜੀਆਂ ਦੀ ਰੇਸ਼ੀਓ ਮੁੰਡਿਆਂ ਦੀ ਰੇਸ਼ੀਓ ਮੁਕਾਬਲੇ ਘਟ ਰਹੀ ਹੈ। ਜੇ ਇਹੋ ਹਾਲ ਰਿਹਾ ਤੇ ਮੁੰਡਿਆਂ ਲਈ ਉਹੀ ਨਹੀਂ ਕੁੜੀ ਮਿਲਣੀ। ਫਿਰ ਮੈਨੂੰ ਕੀ ਪੁੱਛਦੇ ਹੋ? ਫਿਰ ਆਪਣੀ ਪਸੰਦ ਦੀ ਕੋਈ ਕੁੜੀ ਲਿਆ ਕੇ ਮੇਰੇ ਨਾਲ ਵਿਆਹ ਕਰਾਓ। ਤੇ ਫਿਰ ਸਮਝ ਲਓ ਹੋ ਗਿਆ ਵਿਆਹ। ਸਮਝ ਲਓ ਹੋ ਗਿਆ ਵਿਆਹ। ਕੁੜੀ ਕਿੱਥੇ ਹੈ? ਸਾਨੂੰ 2-3 ਦਿਨ ਤਾਂ ਦਿਓ ਨਾ। 2-3 ਦਿਨ? ਤੁਸੀਂ ਤਾਂ ਕਹਿੰਦੇ 2 ਘੰਟੇ ਜਿਹੀ ਕੁੜੀ ਤੋਰ ਦਿੰਦੇ ਆ। ਤਾਂ ਫਿਰ ਇਹਦੇ ਲਈ ਤੁਹਾਨੂੰ ਸ਼ਾਦੀ ਜੀ ਲਾਲ ਜੀ ਨੂੰ ਮਿਲਣਾ ਪਏਗਾ। ਹਾਏ ਕਿੱਡੀਆਂ ਵੱਡੀਆਂ ਮੁੱਛਾਂ। ਉਹ ਭਾਜੀ ਇਹਨੂੰ ਤਾਂ ਖੋਲ ਲੋ। ਫਿਰ ਅੰਦਰ ਮੈਨੂੰ ਕਾਕਰੋਚ ਦੀਆਂ ਮੁੱਛਾਂ ਦਿਖ ਰਹੀਆਂ ਸੀ। ਬੰਦ ਚੀਜ਼ਾਂ 'ਚ ਕਾਕਰੋਚ ਆ ਹੀ ਜਾਂਦੇ ਆ। ਆ ਗਿਆ ਭਾਜੀ ਇਹ ਕੀ ਕਰ ਰਹੇ ਹੋ? ਉਹ ਨਹੀਂ ਆਇਆ। ਹਾਂ ਕੋਈ ਬੰਦਾ ਆ ਰਿਹਾ ਹੈ। ਮੁੱਛਾਂ ਵਾਲਾ ਆ ਰਿਹਾ ਹੈ। आओ जी आओ, बैठो 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 महाराज बैठो। हाँ जी। ਉਹ ਤੇ ਕਹਿੰਦੀ ਹੈ ਵਿਆਹ ਨੂੰ 2-3 ਦਿਨ ਲੱਗਣਗੇ। ਮੈਨੂੰ ਤਾਂ ਵਿਆਹ ਕਾਲਾ ਆਇਆ। ਭਾਜੀ ਜੇ ਤੁਹਾਨੂੰ ਕੁਝ ਹੋਰ ਕਾਲਾ ਆਇਆ ਹੁੰਦਾ ਤਾਂ ਅਸੀਂ ਤੁਹਾਨੂੰ ਟਾਇਲਟ ਭੇਜ ਦਿੰਦੇ, ਪਰ ਵਿਆਹ ਲਈ ਤਾਂ ਤੁਹਾਨੂੰ 2-3 ਦਿਨ ਵੇਟ ਕਰਨਾ पड़ेगा। 2-3 ਦਿਨ ਤੱਕ ਤੇ ਮੇਰੇ ਦਾਦਾ ਜੀ ਚੜ੍ਹਾਈ ਕਰ ਜਾਣਗੇ। ਓਹ ਇਦਾਂ ਕਰੋ ਨਾ, ਚੜ ਕੇ ਆ ਲੈਣ ਦੋ ਫਿਰ ਵਿਆਹ ਕਰਾ ਲਿਓ। ਅੱਛਾ ਹੈ ਦੱਸੋ ਤੁਹਾਡੇ ਦਾਦਾ ਜੀ ਹਿਮਾਲੇ ਪਰਬਤ ਤੇ ਚੜ੍ਹਾਈ ਕਰਨ ਗਏ ਕਿ ਕੈਲਾਸ਼ ਪਰਬਤ? ਨਾ ਜੀ ਨਾ, ਉਹ ਵੈਸੇ ਦੁਨੀਆ ਤੋਂ ਚੜ੍ਹਾਈ ਕਰਨ ਜਾਂਦੇ। ਓ ਭਾਜੀ ਇਟ ਮੀਨਸ ਉਹ ਅੰਤਿਮ ਯਾਤਰਾ ਕਰਨ ਜਾ ਰਹੇ ਨੇ। ਮੈਂ ਵਿਆਹ ਆਪਣੇ ਲਈ ਨਹੀਂ ਦਾਦਾ ਜੀ ਲਈ ਕਰਾ ਰਿਹਾ। ਤੁਸੀਂ ਦਾਦਾ ਜੀ ਲਈ ਵਿਆਹ ਕਰਵਾ ਰਹੇ ਹੋ? ਦਾਦਾ ਜੀ ਨੂੰ ਆਪ ਕਰ ਲੈਣ ਦਿਓ। ਹਾਂ ਦਰਅਸਲ ਨਾ ਵਸੀਅਤ 'ਚ ਉਹਨਾਂ ਲਿਖਿਆ ਵੀ ਮੈਂ ਵਿਆਹ ਕਰਾਂ। ਅੱਛਾ ਵਸੀਅਤ ਕਰਕੇ ਤਾਂ ਤਿਆਰ ਹੋਏ ਹੋ ਤੁਸੀਂ। ਉਹ ਚੱਕ ਚਕਈਏ ਏਡਾ ਵੱਡਾ ਰਿਸਕ ਨਾ ਲੈ ਲਿਓ। ਜਾਇਦਾਦ ਪਿੱਛੇ ਰਿਸਕ ਤੇ ਲੈਣਾ ਹੀ ਪੈਂਦਾ ਜੀ। ਭਾਜੀ ਐਂ ਦੱਸੋ ਤੁਸੀਂ ਜਾਇਦਾਦ ਵਾਸਤੇ ਵਿਆਹ ਕਰਵਾ ਰਹੇ ਹੋ? ਲੋਕ ਜਾਇਦਾਦ ਪਿੱਛੇ ਖੂਨ ਕਰ ਦਿੰਦੇ ਨੇ ਤੇ ਮੈਂ ਵਿਆਹ ਨਹੀਂ ਕਰ ਸਕਦਾ। ਸਰ ਘੰਟੇ ਦੇ ਅੰਦਰ ਅੰਦਰ ਸੁੱਖੀ ਆ ਰਹੀ ਹੈ। ਓਹ ਵੈਰੀ ਗੁੱਡ। ਓਕੇ ਹੋ ਗਿਆ ਭਾਜੀ। ਹੁਣ ਤੁਸੀਂ ਅੱਖਾਂ ਮੀਚ ਕੇ ਵਿਆਹ ਕਰਵਾ ਸਕਦੇ ਹੋ। ਅੱਖਾਂ ਮੀਚ ਲੀਆਂ ਤੇ ਫੇਰੇ ਕਿੱਦਾਂ ਹੋਣਗੇ? ਹੁਣ ਸਾਨੂੰ ਵਿਆਹ ਬਹੁਤ ਕਾਲਾ ਆਇਆ। ਤੁਸੀਂ ਐ ਕਰੋ, ਅਰੋੜਾ ਸਾਹਿਬ ਕੋਲ ਜਾ ਕੇ 90,000 ਰੁਪਏ ਜਮ੍ਹਾਂ ਕਰਾ ਦਿਓ ਤੇ ਫੋਟੋਆਂ ਦੇਖ ਕੇ ਡਿਸਾਈਡ ਕਰੋ ਕਿ ਤੁਸੀਂ ਪਿਓ ਕਿਹਨੂੰ ਬਣਾਣਾ ਹੈ, ਚਾਚਾ ਕਿਹਨੂੰ ਬਣਾਣਾ ਹੈ, ਮਾਮਾ ਕਿਹਨੂੰ ਬਣਾਣਾ ਹੈ, ਫੁੱਫੜ ਕਿਹਨੂੰ ਬਣਾਣਾ ਹੈ, ਤਾਇਆ ਕਿਹਨੂੰ ਬਣਾਣਾ ਹੈ, ਇਤਿਆਦਿ ਇਤਿਆਦਿ। ਇਹ ਸਪਲਾਈ ਵੀ ਤੁਹਾਡੇ ਇੱਥੋਂ ਹੁੰਦੀ ਹੈ? ਉਹ A to Z ਰਿਸ਼ਤੇਦਾਰ ਸਾਡੇ ਸਾਰੇ ਸਟਾਫ 'ਚ ਨੇ। ਕਿਸੇ ਨੂੰ ਪਿਓ ਬਣਾ ਲਓ, ਕਿਸੇ ਨੂੰ ਮਾਂ ਬਣਾ ਲਓ, ਕਿਸੇ ਨੂੰ ਧੀ ਬਣਾ ਲਓ, ਵਗੈਰਾ ਵਗੈਰਾ ਵਗੈਰਾ। ਇੱਕ ਵਾਰੀ ਇੱਕ ਬੰਦਾ ਸਾਨੂੰ ਕਹਿੰਦਾ ਵੀ ਜੇ ਨਕਲੀ ਪਿਓ ਬਣਾਣਾ ਹੈ ਤਾਂ ਅਮਿਤਾਭ ਬੱਚਨ ਜੀ ਨੂੰ ਮੇਰਾ ਪਿਓ ਬਣਾ ਦੇ। ਫਿਰ ਅਮਿਤਾਭ ਬੱਚਨ ਮੰਨ ਗਿਆ? ਉਹ ਬਈ ਉਹਨੇ ਤਾਂ ਆਪਣੀ ਫੀਸ ਹੀ ਲੈਣੀ ਨਾ, ਭਾਵੇਂ ਪਿਓ ਬਣਾ ਦਿਓ ਭਾਵੇਂ ਦਿਓ ਬਣਾ ਦਿਓ। ਮੈਨੂੰ ਕਿਸੇ ਰਿਸ਼ਤੇਦਾਰ ਦੀ ਲੋੜ ਨਹੀਂ। ਤੁਸੀਂ ਪੰਡਤ ਬੁਲਾਓ ਤੇ ਮੇਰੇ ਫੇਰੇ ਕਰਾਓ। ਤੁਸੀਂ ਐਂ ਦੱਸੋ ਭਾਜੀ, ਤੁਸੀਂ 10,000 ਰੁਪਏ ਜਮ੍ਹਾਂ ਕਰਾਤਾ ਸੀ? ਨਾ ਜੀ ਨਾ, ਬਿਲਕੁਲ ਨਹੀਂ। ਮੈਂ ਨਹੀਂ ਕਰਾਇਆ। ਜੇ ਨਹੀਂ ਕਰਾਇਆ ਤੇ ਫਿਰ ਲੱਖ ਰੁਪਏ ਦਿਓ ਤੇ ਆਪਣਾ ਵਿਆਹ ਕਰਾਓ। ਲੱਖ ਰੁਪਇਆ ਤਾਂ ਮੈਂ ਦੇ ਦਿੰਦਾ, ਪਰ ਮੇਰਾ ਵਿਆਹ ਹੋ ਜਾਊਗਾ ਨਾ? ਉਹ ਪੱਕਾ 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 ਲੈ ਲਿਆਓ ਪੱਕਾ। ਮਜਨੂ ਐ ਕਰ, ਇੱਥੋਂ ਸੇਰੇ ਤੇ ਹਾਰ ਇਹ ਲੈ ਜਾ ਤੇ ਪਾਜੀ ਨੂੰ ਚੰਗੀ ਤਰ੍ਹਾਂ ਸਜਾਓ। ਇਹਨਾਂ ਨੂੰ ਸੁਰਮਾ ਪਾਓ, ਇਹਨਾਂ ਦੇ ਸੇਰੇ ਲਾਓ, ਲਾਲੀਆਂ ਲਾਓ, ਫਿਰ ਇਹਨਾਂ ਦਾ ਵਿਆਹ ਕਰੋ। ਓਕੇ ਇਹ ਲੈ ਲਓ ਸਮਾਨ। ਪਾਜੀ ਹੁਣ ਤਾਂ ਖੁਸ਼ ਹੋ ਨਾ? ਥੈਂਕ ਯੂ ਥੈਂਕ ਯੂ। ਓਕੇ ਓਕੇ ਤੁਹਾਡੀ ਗੱਡੀ ਬੰਦ ਹੋ ਗਈ। ਓਕੇ ਓਕੇ ਓਕੇ। ਲੈ ਵੀ ਮੇਰੀ ਤੇ ਹੁਣ ਹੋ ਗਈ ਫੁੱਲ ਤਿਆਰੀ, ਬਸ ਦੂਲੇ ਦੀ ਡਰੈਸ ਹੀ ਰਹਿ ਗਈ। ਤੁਸੀਂ ਹਜੇ ਤੱਕ ਤਿਆਰ ਨਹੀਂ ਹੋਏ?
दूल्हे की ड्रेस आ गई ਮੇਰੇ ਖਿਆਲ 'ਚ ਤੁਸੀਂ ਇਦਾਂ ਹੀ ਠੀਕ ਲੱਗਣ ਦੇ ਹੋ ਤੁਸੀਂ ਐਂ ਹੀ ਚਲੋ सुखी आ गई होएगी ना ਪੰਡਤ ਨੂੰ ਅਜੇ ਤੁਹਾਡੇ ਕੱਲਿਆਂ ਦੀ ਲੋੜ ਹੈ ਜਦੋਂ ਕੰਨਿਆ ਦੀ ਲੋੜ ਹੋਵੇਗੀ ਨਾ ਉਦੋਂ ਕੰਨਿਆ ਵੀ ਆ ਜਾਊਗੀ जे वो ना आई तो फिर ਨਾ ਆਈ ਉਹ ਤੁਸੀਂ ਐ ਕਿਉਂ ਬੋਲ ਰਹੇ ਹੋ ਸ਼ੁਭ ਸ਼ੁਭ ਬੋਲੋ ਸ਼ੁਭ ਸ਼ੁਭ ਅੱਜ ਤੁਹਾਡਾ ਵਿਆਹ ਏ ना ड्रेस हैगी है ना कुड़ी हैगी है इतने हैगी और ਤੁਹਾਡਾ ਵਿਆਹ मुझे लगता वो भी नहीं होना ਉਹ ਫੇਰ ਉਹੀ ਗੱਲ ਮੈਂ ਕਹਿ ਰਿਹਾ ਅੱਜ ਤੁਹਾਡਾ ਵਿਆਹ ਏ ਸ਼ੁਭ ਸ਼ੁਭ ਬੋਲੋ ਚਲੋ ਚਲਿਏ ठहर जा ओ शादी दे नाल को जाने शायद उन्हें सारा इंतजाम किया है ਚਲੋ ਠੀਕ ਹੈ ਚਲੋ ਮੈਨੂੰ ਲੱਗਦਾ ਕਿਸੇ ਨੇ ਸ਼ਿਕਾਇਤ ਕੀਤੀ ਹੈ ਸਾਡੀ ਭਾਜੀ ਸ਼ਿਕਾਇਤ ਕੀਤੀ ਤਾਂ ਤੇ ਇਹੀ ਹਾਲ ਹੈ ਹੁਣ ਤਾਂ ਭੱਜਣ ਤੋਂ ਇਲਾਵਾ ਹੋਰ ਕੋਈ ਕੁਛ ਨਹੀਂ ਚਲੋ ਚਲੋ लो जी मैं तैयार हो के आ गया हुन चलिए शादी दे पंडाल च ਹੁਣ ਪੰਡਾਲ ਚ ਨਾ ਚੱਲਿਓ ਕਿਉਂ ਸਰ ਉੱਥੇ ਕਿਸੇ ਨੇ ਬੰਬ ਰੱਖਿਆ ਉਹ ਇੱਥੇ ਸਾਰਾ ਸਮਾਨ ਚੱਕ ਲਿਆ ਹੈ। चुकवा के कितने रखा जी ਸਟੋਰ ਚ हुन फेरे स्टोर च होणगे ਨਹੀਂ ਫੇਰ ਹੋਣਗੇ फिर कदों होणगे ਜਦੋਂ ਤੁਹਾਡੇ ਸੰਯੋਗ ਹੋਣਗੇ ਹੁਣ ਤਾਂ ਚੱਲੋ ਇੱਥੋਂ ਚੱਲੀਏ ਕਿੱਦਾਂ ਜੀ ਜੇ ਤੁਸੀਂ ਫੇਰੇ ਨਹੀਂ ਕਰਾਣੇ ਨਾ ਕਰਾਓ ਪਰ ਮੈਨੂੰ ਕੁੜੀ ਤੇ ਬੁਲਾਓ ਮੈਂ ਉਹਨੂੰ ਐਦਾਂ ਹੀ ਲੈ ਜਾਵਾਂਗਾ ਓਹੋ ਕੁੜੀ ਨੂੰ ਤਾਂ ਲੈ ਗਏ ਕੌਣ ਪੁਲਸੀਏ ਅੱਛਾ ਅੱਛਾ ਹੁਣ ਕੰਨਿਆਦਾਨ ਪੁਲਿਸ ਵਾਲੇ ਕਰਨਗੇ ਉਹ ਦਾਨ ਲੈਂਦੇ ਨੇ ਦਿੰਦੇ ਨਹੀਂ ਭਾਜੀ ਅਸੀਂ ਤਾਂ ਇੱਥੋਂ ਚੱਲੇ ਆ ਤੁਸੀਂ ਵੀ ਭੱਜ ਲਓ ਕਿਉਂ ਹੁਣ ਇੱਥੇ ਪੁਲਿਸ ਰੇਡ ਪੈਣ ਵਾਲੀ ਆ ਓਕੇ ਹੋ ਜਾਓ ਉਹ ਮੇਰਾ ਵਿਆਹ ਨਹੀਂ ਕਰਾਣਾ ਤੇ ਨਾ ਕਰਾਓ ਉਹ ਮੇਰਾ ਲੱਖ ਰੁਪਈਆ ਤੇ ਮੋੜ ਦਿਓ ਮੇਰਾ ਲੱਖ ਰੁਪਈਆ ਮੇਰਾ ਵਿਆਹ ਨਹੀਂ ਹੋਇਆ ਲੱਖ ਰੁਪਈਆ ਵੀ ਲੈ